ਵਾਹਿਗੁਰੂ ਜੀ ਜਤ ਪਾਹਾਰਾ। ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਭਉ ਖਲਾਂ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ। ਘੜੀਐ ਸ਼ਬਦ ਸਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਆਦਰਯੋਗ ਸਨਮਾਨਯੋਗ ਗੁਰੂ ਪਿਆਰੀ ਸਤ ਸੰਗਤ ਜੀਓ, ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਗੁਰਦੇਵ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਨਾਲ ਪਿਆਰ ਵਿੱਚ ਭਿੱਜ ਕੇ ਬਾਅਦਬ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੰਦੇ ਨੂੰ ਗੁੱਸਾ ਬਹੁਤ ਆਉਂਦਾ ਹੈ। ਸਵੇਰੇ ਠਾਠੀ ਮੈਂ ਰੱਖੀ ਆ, ਲੱਭੀ ਨਹੀਂ ਹੈ, ਘਰ ਵਾਲਿਆਂ ਤੇ ਗੁੱਸਾ ਹੈ। ਦਾੜੀ ਤੇ ਫੇਰਨ ਵਾਲਾ ਬੁਰਸ਼ ਨਹੀਂ ਲੱਭਿਆ, ਘਰਦਿਆਂ ਤੇ ਗੁੱਸਾ ਹੈ। ਗੱਡੀ ਸਟਾਰਟ ਨਹੀਂ ਹੋਈ ਸਵੇਰੇ, ਪਰਿਵਾਰ ਤੇ ਗੁੱਸਾ ਹੈ। ਬੰਦੇ ਨੂੰ ਗੁੱਸਾ ਬਹੁਤ ਆਉਂਦਾ ਹੈ, ਪਰ ਕਦੀ ਦੇਖਿਆ ਕਿ ਬੰਦੇ ਨੂੰ ਗੁੱਸਾ ਕਿਉਂ ਆਉਂਦਾ ਹੈ? ਮਨ ਹਰ ਵੇਲੇ ਕਲਪਿਆ ਰਹਿੰਦਾ, ਕਿਉਂ ਕਲਪਿਆ ਰਹਿੰਦਾ? ਪੁੱਛਦੇ ਹਾਂ ਗੁਰਬਾਣੀ ਵਿੱਚੋਂ ਕਿ ਸਾਨੂੰ ਗੁੱਸਾ ਕਿਉਂ ਆਉਂਦਾ ਹੈ। ਫਰੀਦ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਫਰੀਦ ਸਾਹਿਬ ਜੀ, ਅੱਜ ਅਸੀਂ ਗੁਰਦੁਆਰਾ ਸਾਹਿਬ ਵਿੱਚ ਆਏ ਹਾਂ। 300 ਸਾਲਾ ਸ਼ਤਾਬਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਨਾ ਵੀ ਰਹੇ ਹਾਂ, ਪਰ ਸਾਡੇ ਪਰਿਵਾਰ ਵਿੱਚੋਂ ਵੀ ਗੁੱਸਾ ਕੋਈ ਨਹੀਂ ਗਿਆ, ਸਮਾਜ ਵਿੱਚੋਂ ਵੀ ਕੋਈ ਨਹੀਂ ਗਿਆ, ਸਾਡੇ ਭਾਈਚਾਰੇ ਵਿੱਚੋਂ ਵੀ ਗੁੱਸਾ ਕੋਈ ਨਹੀਂ ਗਿਆ। ਅਸੀਂ ਸ਼ਤਾਬਦੀ ਦਾ ਜ਼ਰੂਰ ਮਨਾ ਰਹੇ ਹਾਂ, ਪਰ ਸਾਨੂੰ ਗੁੱਸੇ ਬਾਰੇ ਕੋਈ ਦੱਸੋ ਕਿ ਗੁੱਸਾ ਸਾਡੇ ਮਨ ਵਿੱਚੋਂ ਗਿਆ ਕੋਈ ਨਹੀਂ ਅਜੇ ਤੱਕ। ਫਿਰ ਗੁੱਸਾ ਥੁੱਕਦੇ ਵੀ ਨਹੀਂ ਹੈ, ਘੰਟਿਆਂ ਬੱਧੀ ਨਹੀਂ, ਦਿਨਾਂ ਬੱਧੀ ਨਹੀਂ, ਸਾਲਾਂ ਬੱਧੀ ਨਹੀਂ, ਪੀੜ੍ਹੀਆਂ ਬੱਧੀ ਅਸੀਂ ਗੁੱਸਾ ਆਪਣੇ ਮਨ ਦੇ ਵਿੱਚ ਬਿਠਾਈ ਬੈਠੇ। ਜਿਹਦਾ ਕਾਰਨ ਹੈ ਕਿ ਖਾਨਦਾਨਾਂ ਦੀ ਅਕਸਰ ਜਿਹੜੀ ਲੜਾਈ ਹੈ ਉਹ ਗੁੱਸੇ ਵਿੱਚੋਂ ਪ੍ਰਗਟ ਹੁੰਦੀ ਹੈ। ਫਰੀਦ ਸਾਹਿਬ ਕਹਿੰਦੇ ਨੇ ਵੀ 300 ਸਾਲਾਂ ਦੇ ਤੁਸੀਂ ਸ਼ਤਾਬਦੀ ਮਨਾ ਰਹੇ ਹੋ, ਪਰ ਗੁੱਸਾ ਮਨ ਵਿੱਚ ਨਾ ਆਵੇ, ਇਹਦਾ ਤੁਸੀਂ ਸਿਮਰਨ ਕਰਨਾ, ਇਹਦਾ ਤੁਸੀਂ ਅਭਿਆਸ ਕਰਨਾ, ਇਹਦੀ ਤੁਸੀਂ ਕਮਾਈ ਕਰਨੀ ਹੈ। ਪਰ ਨੁਕਤੇ ਮੈਂ ਦਿਆਂਗਾ। ਫਰੀਦ ਸਾਹਿਬ ਦਾ ਵਾਕ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਸਕਰੀਨ ਤੇ ਸ਼ਬਦ ਹੋਏਗਾ, ਸ਼ਲੋਕ ਹੋਏਗਾ, ਸ਼ਲੋਕ ਵੱਲ ਧਿਆਨ ਦੇਣਾ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸ ਦੇ ਰੂਪ ਵਿੱਚ ਬੈਠੇ ਹਾਂ। ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਨੇ। ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ ਹੈ, ਸੀਸ ਝੁਕਾਉਣ ਦਾ ਅਰਥ ਹੈ ਕਿ ਗੁਰੂ ਅਸੀਂ ਆਪਣੀ ਮੱਤ ਖਾਲੀ ਕਰ ਦਿੱਤੀ ਹੈ, ਤੇਰੀ ਮੱਤ ਲੈਣ ਲਈ ਤਿਆਰ ਹੋ ਗਏ ਹਾਂ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਦੋ ਤੁਕਾਂ ਨੇ। ਅਕਸਰ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੁੰਦੀ ਆ। ਸ਼ੇਖ ਫਰੀਦ ਸਾਹਿਬ ਦੇ, ਕਬੀਰ ਸਾਹਿਬ ਦੇ ਸ਼ਲੋਕ ਵਾਰਾਂ ਤੇ ਵਧੀਕ ਬੜੇ ਮਿੱਠੇ ਗਲੇ ਵਾਲਾ ਜਦੋਂ ਪਾਠੀ ਸਿੰਘ ਪਾਠ ਪੜ੍ਹਦਾ ਤੇ ਬਹੁਤ ਆਨੰਦ ਆਉਂਦਾ ਹੈ।
ਪਰ ਅਸਲ ਆਨੰਦ ਉਦੋਂ ਆਉਣਾ ਆ ਜਦੋਂ ਇਹਨਾਂ ਸ਼ਲੋਕਾਂ ਦੇ ਉਪਦੇਸ਼ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਢਾਲਣ ਦਾ ਯਤਨ ਕੀਤਾ। ਹੁਣ ਜੇ ਸ਼ਬਦ ਦੇ ਆਖਰੀ ਅਰਥ ਕਰੀਏ ਤੇ ਉਹ ਇਹ ਬਣਦੇ ਨੇ, ਫਰੀਦ ਸਾਹਿਬ ਕਹਿ ਰਹੇ ਨੇ, ਜਿਸ ਬੰਦੇ ਨੇ ਤੇਰੇ ਨਾਲ ਬੁਰਾ ਕੀਤਾ ਉਹਦਾ ਭਲਾ ਕਰ। ਫਿਰ ਤੇਰੇ ਮਨ ਦੇ ਨੇੜੇ ਗੁੱਸਾ ਨਹੀਂ ਆਏਗਾ। ਹੰਡਾਏ ਨਹੀਂ ਹੈ, ਹਡਾਏ ਪਾਠ ਹੈ। ਹਡਾਏ ਦਾ ਅਰਥ ਨੇੜੇ ਨਾ ਆਉਣ ਦੇ, ਆਖਰੀ ਅਰਥ। ਤੇਰੇ ਸਰੀਰ ਨੂੰ ਦੇਹੀ ਰੋਗ ਨਾ ਲੱਗਈ, ਤੇਰੇ ਸਰੀਰ ਨੂੰ ਰੋਗ ਨਹੀਂ ਲੱਗੇਗਾ। ਪਰ ਮਾਫ ਕਰਿਆ ਜੇ, ਪੈਰਾਸੀਟਾਮੋਲ ਤੇ ਮੈਂ ਵੀ ਦੁਪਹਿਰੇ ਲਈ ਹੈ। ਹਰ ਮਾਂ ਦੇ ਪਰਸ ਵਿੱਚ ਜਾਂ ਚੌਥੀ ਮਾਂ ਦੇ ਪਰਸ ਵਿੱਚ ਪੈਰਾਸੀਟਾਮੋਲ ਜਾਂ ਟਾਈਨਲ ਜਿਹੜੀ ਗੋਲੀ ਹੈ ਬੁਖਾਰ ਦੀ, ਸਿਰ ਦਰਦ ਦੀ ਹੋਏਗੀ। ਇਹਦਾ ਅਰਥ ਹੈ ਸਰੀਰ ਦੇ ਰੋਗ ਦੂਰ ਨਹੀਂ ਹੁੰਦੇ। ਗੁਰਬਾਣੀ ਕਹਿ ਰਹੀ ਹੈ ਦੇਹੀ ਰੋਗ ਨਾ ਲੱਗਈ। ਜਿੱਥੇ ਦੇਸ਼ ਪੰਜਾਬ ਰੇਡੀਓ ਦੁਆਰਾ ਜਾਂ ਬਾਈ ਏਅਰ ਤੁਸੀਂ ਕਥਾ ਸਰਵਣ ਕਰ ਰਹੇ ਹੋ, ਉਹਨਾਂ ਵੀਰਾਂ ਭੈਣਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਵੀ ਜੇ ਧਿਆਨ ਨਾਲ ਨਾ ਸੁਣਿਆ, ਕੰਮ ਵੀ ਕੀਤਾ, ਕਥਾ ਵੀ ਸੁਣੀ, ਮੁਗਾਲਤਾ ਖੜਾ ਹੋ ਜਾਏਗਾ, ਕਿਉਂਕਿ ਕਈ ਦਫਾ ਪੂਰੇ ਸੈਂਟੈਂਸ ਦੀ ਸਮਝ ਨਹੀਂ ਆਉਂਦੀ ਜੇ ਪ੍ਰੋਪਰ ਨਾ ਸੁਣਿਆ ਜਾਏਗਾ। ਦੇਹੀ ਰੋਗ ਨਾ ਲੱਗਈ, ਤੇਰੇ ਸਰੀਰ ਨੂੰ ਰੋਗ ਨਹੀਂ ਲੱਗੇਗਾ। ਪਰ ਰੋਗ ਤੇ ਲੱਗਣਾ, ਬੁਖਾਰ ਤੇ ਹੋ ਸਕਦਾ, ਠੰਡ ਲੱਗਣੀ ਹੈ। ਗੁਰਬਾਣੀ ਕਹਿ ਰਹੀ ਹੈ ਦੇਹ ਨੂੰ ਰੋਗ ਨਹੀਂ ਲੱਗੇਗਾ। ਪੱਲੇ ਸਭ ਕੁਛ ਪਾਏ, ਤੇਰੇ ਪੱਲੇ ਵਿੱਚ ਹਰੇਕ ਵਸਤੂ ਆ ਜਾਏਗੀ। ਸਭ ਕੁਛ ਕੀ ਹੈ? ਦੇਖੋ, ਇਸ ਮੁਲਕ ਅੰਦਰ ਹਰੇਕ ਸਹੂਲਤ ਹੈ ਆ, ਉਹ ਸਹੂਲਤ ਨੂੰ ਹਰੇਕ ਵਸਤੂ ਗਿਣ ਲਈਏ ਆਪਾਂ। ਪੱਲੇ ਸਭ ਕੁਛ ਜੋ ਸਾਡੇ ਘਰ ਵਿੱਚ ਪਿਆ ਹੋਇਆ ਹੈ ਉਹ ਪੂਰਾ ਨਹੀਂ ਹੈ। ਦਾਲ ਮੁੱਕ ਜਾਣੀ ਹੈ, ਖੰਡ ਮੁੱਕ ਜਾਣੀ ਹੈ, ਘਿਓ ਮੁੱਕ ਜਾਣਾ ਹੈ। ਪਰ ਗੁਰਬਾਣੀ ਕਹਿ ਰਹੀ ਹੈ ਪੱਲੇ ਸਭ ਕੁਛ ਪਾਏ। ਇਹ ਤੇ ਗੁਰਬਾਣੀ ਦਾ ਆਖਰੀ ਅਰਥ। ਗੁਰਬਾਣੀ ਨੂੰ ਸਮਝਣ ਲਈ ਤਿੰਨਾਂ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਪਏਗਾ। ਗੁਰਬਾਣੀ ਦਾ ਸਾਰ, ਸਮਰੀ, ਸੈਂਟਰਲ ਆਈਡੀਆ, ਕੇਂਦਰੀ ਭਾਵ, ਤੇ ਗੁਰਬਾਣੀ ਦਾ ਥੀਮ ਕੀ ਹੈ, ਸਾਨੂੰ ਸਿੱਖਿਆ ਕੀ ਮਿਲਦੀ ਹੈ। ਗੁਰਬਾਣੀ ਕਵਿਤਾ ਵਿੱਚ ਹੈ। ਇਹ ਆਮ ਕਵਿਤਾ ਨਹੀਂ ਹੈ, ਇਹ ਕਵਿਤਾ ਬ੍ਰਹਮ ਦੀ ਵਿਚਾਰ ਹੈ। ਲੋਕ ਜਾਣੇ ਇਹ ਗੀਤ ਹੈ, ਨਹੀਂ, ਇਹ ਤਾਂ ਬ੍ਰਹਮ ਵਿਚਾਰ। ਇਸ ਲਈ ਜੇ ਅੱਖਰਾਂ ਦੇ ਅਰਥਾਂ ਨੂੰ ਦੇਖਾਂਗੇ, ਮੁਗਾਲਤਾ ਖੜਾ ਹੋਊ। ਫਰੀਦਾ ਬੁਰੇ ਦਾ ਭਲਾ ਕਰ, ਫਿਰ ਮੱਸੇ ਰੰਗਣ ਨੂੰ ਸੋਧਣ ਦੀ ਜ਼ਰੂਰਤ ਨਹੀਂ ਸੀ। ਇਹਦੋਂ ਬੁਰਾ ਕਰਮ ਤਾਂ ਹੋਰ ਕੋਈ ਨਾ ਕਰ ਸਕਦਾ। ਦਰਬਾਰ ਸਾਹਿਬ ਦੇ ਅੰਦਰ ਬਿਠਾ ਕੇ ਜੋ ਉਸਨੇ ਕੋ ਕਰਮ ਕੀਤੇ, ਸਿੱਖ ਕੌਮ ਨੂੰ ਕਦੇ ਮਾਫ ਕਰੇਗੀ? ਗੁਰਬਾਣੀ ਕਹਿ ਰਹੀ ਹੈ ਬੁਰੇ ਦਾ ਭਲਾ ਕਰ। ਸਮਾਜ ਵਿੱਚ ਕਿਸੇ ਨੇ ਮਰਡਰ ਕੀਤਾ ਹੈ, ਰੇਪ ਕੀਤਾ ਹੈ, ਚੋਰੀ ਕੀਤੀ ਹੈ, ਕਿਸੇ ਪਰਿਵਾਰ ਨੇ ਨਵ ਵਿਆਹੀ ਬੇਟੀ ਨੂੰ ਸਟੋਵ ਫਟਾ ਕੇ ਖਤਮ ਕਰ ਦਿੱਤਾ ਹੈ, ਕੋਰਟ ਵਿੱਚ ਕੇਸ ਗਿਆ, ਜੱਜ ਆਖੇ ਤੂੰ ਬੜਾ ਚੰਗਾ ਕੰਮ ਕੀਤਾ, ਜਾ ਤੈਨੂੰ ਖੁੱਲੀ ਛੁੱਟੀ ਹੈ। ਜੱਜ ਆਖੇ ਮੈਂ ਤੇਰਾ ਭਲਾ ਕਰਦਾ, ਜਾ ਘਰ ਨੂੰ, ਸਮਾਜ ਚੱਲੇਗਾ? ਗੁਰਬਾਣੀ ਕਹਿ ਰਹੀ ਹੈ ਬੁਰੇ ਦਾ ਭਲਾ ਕਰ। ਇਸ ਦਾ ਅਰਥ ਇਹ ਹੈ ਕਿ ਇਸ ਸਮਾਜ ਵਿੱਚ ਜੇ ਕੋਈ ਬੰਦਾ ਬੁਰਾ ਕਰਮ ਕਰ ਰਿਹਾ ਹੈ, ਉਹਦੇ ਵਾਸਤੇ ਕੋਰਟ ਹੈ, ਪੁਲਿਸ ਹੈ, ਉਹਨੂੰ ਸਜ਼ਾ ਮਿਲ ਰਹੀ ਹੈ। ਪਰ ਇਹ ਉਸ ਬੁਰੇ ਦੀ ਕਹਾਣੀ ਨਹੀਂ ਹੈ। ਗੱਲ ਚੱਲ ਰਹੀ ਹੈ ਅੰਦਰ ਮਨ ਦੀ। ਗੁੱਸਾ ਮਨ ਨਾ ਹਟਾਏ, ਮਨ ਦੇ ਨੇੜੇ ਗੁੱਸੇ ਨੂੰ ਨਾ ਆਉਣ ਦੇ, ਆਹ ਸਬਜੈਕਟ ਹੈ। ਉਹਦੇ ਵਾਸਤੇ ਤੈਨੂੰ ਸਿਮਰਨ ਕਰਨਾ ਪੈਣਾ ਆ, ਤੈਨੂੰ ਬੰਦਗੀ ਕਰਨੀ ਪੈਣੀ ਆ, ਤੈਨੂੰ ਚਿੰਤਨ ਕਰਨਾ ਪੈਣਾ। ਇਸ ਚਿੰਤਨ, ਇਸ ਸਿਮਰਨ, ਇਸ ਬੰਦਗੀ ਦਾ ਨਾਂ ਹੈ ਕਮਾਈ। ਇਹ ਕਮਾਈ ਕਿਸ ਤਰ੍ਹਾਂ ਕਰਨੀ ਆ? ਬੁਰੇ ਦਾ ਭਲਾ ਕਰ। ਗੱਲ ਮੰਨਦੀ ਹੈ, ਚੇਤਨਤਾ ਦੀ ਹੈ। ਇਹਦਾ ਅਰਥ ਇਹ ਹੈ ਵੀ ਸਾਡੇ ਦਿਮਾਗ ਵਿੱਚ ਬੁਰਾਈਆਂ ਜਨਮ ਲੈ ਰਹੀਆਂ ਹਨ। ਬੁਰਾਈਆਂ
बुरे काम को उठ खलोया। उन्हां बुरियां सोचां नूं भलाइयां विच तब्दील कर। बुरी सोच साडे सुभाਅ विच जदों जन्म लैंदी है, साडे मन दे अंदर गुस्सा आउंदा है। आ देखो भाखड़ा डैम बनाया, 300 मील लंबी गोबिंद सागर झील है, पानी नूं जमा कीता है। वो बिजली पैदा करता है। पानी नूं खुला छड्ड दिओ, पंजाब दे विच 4 फुट उच्चा पानी आ सकदा है। तबाही दा कारण है। अग रोटी तैयार करदी है, खुली छड्ड दिओ, रसोई सड़ देगी। साडे दिमाग दी जो चिप है, जो सोचण शक्ति है, चेतनता है, ਉਹਦੇ अंदर जो बुरा ख्याल आ वो छेती जन्म लैंदा है। 2 बीज पए हुए ने, एक बुरा एक भला है। फरीद साहब कहते ने बुरे ख्याल ने तेरे मन दे अंदर जन्म लिया आ, उस बुरे ख्याल नूं भले विच तब्दील करेगा, तेरे मन च गुस्सा नहीं आएगा। देही रोग न लगे कि गोडे दिखणों हट जाणगे। देही दा की अर्थ है? शरीर। ये रोग शरीर दे तल वाले नहीं है। शरीर दे तल वालियां वास्ते गुरु साहब ने आपू हॉस्पिटल बनाए ने। तरन ताਰਨ ਦੇ ਅੰਦਰ ਪਹਿਲਾ ਸੰਸਾਰ ਵਿੱਚ ਕੋੜੀ ਘਰ ਬਣਾਇਆ ਗੁਰੂ ਅਰਜਨ ਪਾਤਸ਼ਾਹ ਨੇ। ਗੁਰੂ ਹਰਿਰਾਏ ਸਾਹਿਬ ਜੀ ਦਾ ਸੰਸਾਰ ਪ੍ਰਸਿੱਧ ਦਵਾਖਾਨਾ ਹੈ, ਜਿੱਥੋਂ ਦਾਰਾ ਸ਼ਿਕੋ ਵਾਸਤੇ ਵੀ ਦਵਾਈ ਗਈ ਹੈ। ਇਹਦਾ ਅਰਥ ਹੈ ਗੁਰਬਾਣੀ ਨੇ ਸਰੀਰ ਦੇ ਰੋਗਾਂ ਦੀ ਗੱਲ ਨਹੀਂ ਕੀਤੀ, ਪਰ ਅਸੀਂ ਸਰੀਰ ਦੇ ਰੋਗਾਂ ਨੂੰ ਹਟਾਉਣ ਤੇ ਬੈਠੇ ਹੋਏ ਹਾਂ ਕਿ ਫਲਾਣੇ ਡੇਰੇ ਤੇ ਜਾਓਗੇ, ਉੱਥੋਂ ਸਰੋਵਰ ਚੋਂ ਇਸ਼ਨਾਨ ਕਰ ਲਓਗੇ, ਸਰੀਰ ਦੇ ਰੋਗ ਹਟ ਜਾਣਗੇ। ਇਹਦੇ ਬਾਰੇ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਾਂ ਕਰਾਂਗੇ। ਰੋਗ ਕੀ ਹੈ? ਗੁਰਬਾਣੀ ਨੂੰ ਪੁੱਛੀਏ। ਗੁਰੂ ਸਾਹਿਬ ਜੀ ਤੁਹਾਡਾ 300 ਸਾਲਾ ਸ਼ਤਾਬਦੀ ਮਨਾ ਰਹੇ ਆ, ਸਾਨੂੰ ਰੋਗ ਦੱਸ ਦਿਓ, ਉਹ ਰੋਗ ਕੀ ਨੇ? ਸਾਹਿਬ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ। ਇਹਦਾ ਅਰਥ ਹੈ ਸਭ ਤੋਂ ਵੱਡਾ ਰੋਗ ਕਿਹੜਾ? ਹਉਮੈ ਦਾ। ਦੇਹੀ ਰੋਗ, ਦੇਹੀ ਦੇ ਨਾਲ ਕੀ ਆ? ਅੱਖਾਂ ਨੇ, ਦੇਹੀ ਦੇ ਨਾਲ ਕੰਨ ਹੈ, ਦੇਹੀ ਦੇ ਨਾਲ ਜ਼ਬਾਨ ਹੈ। ਕੰਨਾਂ ਨੂੰ ਰੋਗ ਲੱਗਿਆ ਹੈ, ਜ਼ਬਾਨ ਨੂੰ ਰੋਗ ਲੱਗਿਆ ਹੈ, ਅੱਖਾਂ ਨੂੰ ਰੋਗ ਲੱਗਿਆ ਹੈ। ਇਹ ਸਰਵਣੋ ਮੇਰਿਓ, ਤੁਹਾਡਾ ਕੰਮ ਕੀ ਹੈ? ਸਾਚੇ ਸੁਣਨੇ ਨੂੰ ਪਠਾਏ। ਇਹ ਨੇਤਰੋ ਮੇਰਿਓ, ਹਰ ਤੋਂ ਮੈਂ ਜੋਤ ਧਰੀ। ਇਹਦਾ ਅਰਥ ਹੈ ਕਿ ਸਾਡੇ ਸਰੀਰ ਦੇ ਗਿਆਨ ਇੰਦਰੀਆਂ ਨੂੰ ਰੋਗ ਲੱਗਿਆ ਹੈ, ਪਰ ਜਦੋਂ ਅਸੀਂ ਬੁਰੀ ਸੋਚ ਨੂੰ ਭਲਾਈ ਵਿੱਚ ਤਬਦੀਲ ਕਰਾਂਗੇ, ਇਹ ਸਿਮਰਨ ਹੈ ਨਿੱਤਾ ਪ੍ਰਤੀ ਦਾ। ਇਹ ਪ੍ਰੈਕਟਿਸ ਹੈ। ਜੇ ਅਸੀਂ ਇਹਦੀ ਪ੍ਰੈਕਟਿਸ ਕਰ ਰਹੇ ਹਾਂ, ਇਹ ਸਿਮਰਨ ਹੈ। ਅਸੀਂ ਗੁੱਸੇ ਨੂੰ ਭਲਾਈ ਵਿੱਚ ਤਬਦੀਲ ਕੀਤਾ ਨਹੀਂ ਹੈ, ਬੁਰੇ ਕੰਮ ਨੂੰ ਭਲਾਈ ਵਿੱਚ ਤਬਦੀਲ ਕੀਤਾ ਨਹੀਂ ਹੈ। ਗੁੱਸਾ ਉਸ ਦਾ ਬਰਕਰਾਰ ਹੈ। ਜੇ ਇਹ ਸਿਮਰਨ ਕਰਾਂਗੇ ਨਾ, ਆਹ ਪ੍ਰੈਕਟਿਸ ਕਰਾਂਗੇ ਕੀ? ਬੁਰੇ ਖਿਆਲ ਨੂੰ ਭਲੇ ਖਿਆਲ ਵਿੱਚ ਤਬਦੀਲ ਕਰਨਾ। ਪੱਲੇ ਸਭ ਕੁਛ ਪਾਏ, ਤੇਰੇ ਹਿਰਦੇ ਵਿੱਚ ਸਭ ਕੁਛ ਕੀ ਹੈ? ਸਭ ਕੁਛ ਤੇ ਪਰਮਾਤਮਾ ਹੈ, ਸਭ ਕੁਛ ਗੁਰਬਾਣੀ ਹੈ। ਐ ਸਿਮਰਨ ਕਰੇਗਾ, ਤੇਰੇ ਸੁਭਾਅ ਵਿੱਚ, ਤੇਰੇ ਦਿਮਾਗ ਦੀ ਚਿੱਪ ਵਿੱਚ ਸਾਰੇ ਗੁਣ ਜਿਹੜੇ ਨੇ, ਸ਼ੁਭ ਗੁਣ ਜਿਹੜੇ ਨੇ, ਸ਼ੁਭ ਮਤ ਜਿਹੜੀ ਆ ਉਹ ਆ ਜਾਏਗੀ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਗੁਰ ਕੀ ਮਤ ਤੂੰ ਲੈ ਇਆਣੇ। ਹੁਣ ਵਧੀਏ ਇਸ ਸ਼ਲੋਕ ਮੈਂ ਫਿਰ ਦੁਹਰਾ ਦਿਆਂ ਤੇ ਫਿਰ ਆਪਾਂ ਪੌੜੀ ਵੱਲ ਚਲੀਏ। ਫਰੀਦ ਸਾਹਿਬ ਨੇ ਸਾਨੂੰ ਇਹ ਦੱਸਣ ਦਾ ਯਤਨ ਕੀਤਾ ਕਿ 300 ਸਾਲਾ ਸ਼ਤਾਬਦੀ ਮਨਾ ਰਹੀ ਸਿੱਖ ਕੌਮ, ਤੂੰ ਇੱਕ ਸਿਮਰਨ ਕਰ ਕਿ ਬੁਰਿਆਂ ਖਿਆਲਾਂ ਨੂੰ ਭਲਿਆਂ ਵਿੱਚ ਤਬਦੀਲ ਕਰ। ਤੇਰੇ ਮਨ ਦੇ ਨੇੜੇ ਗੁੱਸਾ ਨਹੀਂ ਆਏਗਾ, ਫਿਰ ਤੇਰੇ ਗਿਆਨ ਇੰਦਰੀਆਂ ਨੂੰ ਰੋਗ ਨਹੀਂ ਲੱਗੇਗਾ। पल्ले सब छिपाए, फिर तेरे हृदय उत्ते परमात्मा है। परमात्मा को इटवट्टा नहीं है, परमात्मा को मूर्त नहीं है। परमात्मा दा नियम, परमात्मा दा हुक्म, कुदरत दे गुण, सत संतोख वर्गे तेरे हृदय विच आ जाणगे। ये सब कुछ है। सिक्खी विच बहुत वड्डे मगालते खड़े हो गए ने। क्यों? क्योंकि असीं अखंड पाठ जरूर करवाए ने, विचार नहीं कीती। जिन्ना चिर गुरबाणी विचार नहीं करांगे,
ਕੀਰਤਨ ਦੁਆਰਾ ਮਨ ਦੀ ਪੈਲੀ ਤਿਆਰ ਹੋਣੀ ਹੈ, ਸ਼ਬਦ ਦੀ ਵਿਚਾਰ ਦਾ ਵਿੱਚ ਬੀਜ ਪਾਉਣਾ ਹੈ। ਇਸ ਵਾਸਤੇ ਇੱਕ ਸ਼ਲੋਕ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਸਮੇਂ ਨੂੰ ਮੁੱਖ ਰੱਖਦਿਆਂ ਆਓ ਜਿਹੜੀ ਜਪ ਨਿਸ਼ਾਨ ਦੀ ਪੌੜੀ, ਇਹਨੂੰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਜਪ ਜੀ, ਪਰ ਅਸਲ ਇਸ ਬਾਣੀ ਦਾ ਨਾਂ ਹੈ ਜਪ ਨਿਸ਼ਾਨ। ਕਦੇ ਇੰਡੈਕਸ ਦੇਖਿਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ? ਇਹ ਸਰਲੇਖ ਹੈ। ਜਪ ਨਿਸ਼ਾਨ ਵਿੱਚ 2 ਸ਼ਲੋਕ ਹੈ, ਇੱਕ ਮੰਗਲਾਚਰਨ ਹੈ, 38 ਪੌੜੀਆਂ ਨੇ, ਇੱਕ ਸਰਲੇਖ ਹੈ। ਜਿਹੜਾ ਮੰਗਲਾਚਰਨ ਇਹ ਵਾਰਤਕ ਵਿੱਚ ਹੈ, ਅੱਗੇ ਸਰਲੇਖ ਹੈ। ਜਿਹੜੇ ਗੁਰੂ ਕੇ ਪਿਆਰ ਵਾਲੇ ਗੁਰਬਾਣੀ ਨਾਲ ਸਾਂਝ ਰੱਖਦੇ ਹੈ, ਗੁਰਬਾਣੀ ਦੀ ਗ੍ਰਾਮਰ ਬਾਰੇ ਜਾਣਕਾਰੀ ਰੱਖਦੇ ਨੇ, ਉਹਨਾਂ ਨੂੰ ਪਤਾ ਜਿਹੜਾ ਮੰਗਲਾਚਰਨ ਇਹ ਵਾਰਤਕ ਵਿੱਚ ਹੈ, ਅੱਗੇ ਸਰਲੇਖ, ਅੱਗੇ ਸ਼ਲੋਕ ਹੈ। ਅਸੀਂ ਵਾਰਤਕ ਤੇ ਕਵਿਤਾ ਦੇ ਸਰਲੇਖ ਨੂੰ ਇਕੱਠਾ ਹੀ ਪੜ੍ਹੀ ਜਾ ਰਹੇ ਹਾਂ। ਖੈਰ ਇੱਕ ਵੱਖਰਾ ਸਬਜੈਕਟ ਹੈ। 38ਵੀਂ ਪੌੜੀ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕੋਈ ਸੁਨੇਹੇ ਦਿੱਤੇ ਨੇ, ਕੋਈ ਮੈਸੇਜ ਦਿੱਤਾ ਹੈ। ਤੁਸੀਂ ਨਿੱਤਾ ਪ੍ਰਤੀ ਜਪ ਪੜ੍ਹਿਆ ਹੈ, ਇਸ ਪੌੜੀ ਨੂੰ ਪੜ੍ਹਿਆ ਹੈ, ਮੇਰਾ ਖਿਆਲ ਹੈ ਸਕਰੀਨ ਤੇ ਪੌੜੀ ਹੋਏਗੀ, ਜ਼ਿੰਦਗੀ ਵਿੱਚ ਨਹੀਂ ਭੁੱਲੇਗੀ। ਗੁਰੂ ਸਾਹਿਬ ਨੇ ਕੋਈ ਨੁਕਤੇ ਸਾਡੇ ਸਾਹਮਣੇ ਰੱਖੇ ਨੇ। ਮੈਂ ਚਾਹਾਂਗਾ ਪਹਿਲਾਂ ਇਸ ਪੌੜੀ ਦੇ ਅੱਖਰੀ ਅਰਥ ਤੁਹਾਡੇ ਨਾਲ ਸਾਂਝੇ ਕਰਾਂ। ਪਾਹਾਰਾ ਮੈਨੇ ਦੁਕਾਨ, ਜਤ ਗੁਰੂ ਸਾਹਿਬ ਕਹਿੰਦੇ ਜਤ ਦੀ ਦੁਕਾਨ ਪਾ, ਉਹਦੇ ਵਿੱਚ ਸੁਨਿਆਰਾ ਧੀਰਜ ਨੂੰ ਬਿਠਾ। ਜਿਹੜੀ ਲੋਹੇ ਦੀ ਐਹਰਣ ਆ ਉਹਨੂੰ ਮੱਤ ਬਣਾ, ਮੱਤ ਨੂੰ ਲੋਹੇ ਦੀ ਐਹਰਣ ਬਣਾ। ਗਿਆਨ ਦਾ ਹਥੌੜਾ ਚਲਾ, ਭਉ ਖੱਲਾਂ ਡਰ ਦੀ ਧੌਂਖਣੀ ਲੈ। ਅਗਨ ਤਪਤਾਓ ਫਿਰ ਅੱਗ ਨੂੰ ਭਖਾ, ਭਾਂਡਾ ਭਾਉ ਪਿਆਰ ਦਾ ਭਾਂਡਾ ਲੈ ਕੁਠਾਲੀ ਲੈ। ਅੰਮ੍ਰਿਤ ਤੇ ਢਾਲ ਫਿਰ ਬਾਣੀ ਪੜ, ਫਿਰ ਗੁਰਦੁਆਰੇ ਆ। ਘੜੀ ਹੈ ਸ਼ਬਦ, ਸ਼ਬਦ ਮੈਨੇ ਕਿਰਦਾਰ, ਸ਼ਬਦ ਦਾ ਕੀ ਅਰਥ ਹੈ? ਕਿਰਦਾਰ ਮਨੁੱਖ ਦਾ। ਫਿਰ ਤੇਰਾ ਕਿਰਦਾਰ, ਤੇਰਾ ਆਚਰਣ ਉਹ ਘੜਿਆ ਜਾਏਗਾ। ਤੂੰ ਜਿਹੜੇ ਸ਼ਬਦ ਮੂੰਹ ਚੋਂ ਬੋਲਦਾ ਆ ਉਹ ਘੜੇ ਹੋਏ ਬਾਹਰ ਆਉਣਗੇ। ਸ਼ਬਦ ਨਹੀਂ ਘੜਿਆ ਜਾਣਾ, ਸ਼ਬਦ ਤੇ ਮੁਕੰਮਲ ਹੈ। ਸਾਡੀ ਗੱਲ ਕੀਤੀ ਹੈ, ਜਿਹੜੇ ਅਸੀਂ ਸ਼ਬਦ ਬੋਲਾਂਗੇ ਕਿਰਦਾਰ ਅੰਦਰਲਾ ਉਹ ਘੜਿਆ ਜਾਏਗਾ। ਜਿਨ੍ਹਾਂ ਨੇ ਨੁਕਤੇ ਅਪਣਾ ਲਏ ਉਹਨਾਂ ਤੇ ਮਿਹਰ ਦੀ ਨਿਗਾਹ ਉਹ ਨਿਹਾਲ ਹੁੰਦੇ ਨੇ। ਇਹ ਅੱਖਰੀ ਅਰਥ ਇਸ ਪੌੜੀ ਦਾ ਹੁਣ ਭਾਵ ਅਰਥ ਲਈਏ। ਆਇਆ ਸਾਡੇ ਜੀਵਨ ਦੇ ਉੱਤੇ ਕੀ ਪ੍ਰਭਾਵ ਹੈ, ਜਾਂ ਸਾਡਾ ਸਮਾਜ, ਸਾਡੇ ਪਰਿਵਾਰ ਕਿੱਥੇ ਖੜਾ ਹੈ, ਇਹਨੂੰ ਸਮਝੀਏ ਆਪਾਂ। ਮਿਸ਼ਨਰੀ ਕਾਲਜਾਂ ਅੰਦਰ ਜਦੋਂ ਅਕਸਰ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ, ਸਭ ਤੋਂ ਪਹਿਲਾਂ ਇਹ ਪੌੜੀ ਸਮਝਾਈ ਜਾਂਦੀ ਹੈ। ਇਹ ਬੰਦੇ ਇਹਨਾਂ ਨੁਕਤਿਆਂ ਨੂੰ ਆਪਣੇ ਸੁਭਾਅ ਵਿੱਚ ਲੈ ਕੇ ਆ, ਤੂੰ ਮਿਹਨਤ ਵੀ ਕਰੇਗਾ, ਤੇਰੇ ਪਰਿਵਾਰ ਨੂੰ ਸੁਖ ਸ਼ਾਂਤੀ ਵੀ ਹੋਏਗੀ। ਗੁਰੂ ਸਾਹਿਬ ਕਹਿੰਦੇ ਨੇ, ਹੇ ਬੰਦੇ ਆਪਣੇ ਸਰੀਰ ਨੂੰ ਸੁਨਿਆਰੇ ਦੀ ਦੁਕਾਨ ਬਣਾ। ਜਤ ਪਾਹਾਰਾ, ਪੱਪੇ ਕੰਨਾ ਹਾਹੇ ਕੰਨਾ, ਪਾਹਾਰਾ, ਪਹਾਰਾ ਨਹੀਂ ਹੈ, ਪਾਹਾਰਾ। ਆਪਣੇ ਸਰੀਰ ਨੂੰ ਜਤ ਦੇ। ਜਤ ਦੇ ਅਰਥ ਹੈ ਵਿਆਹ ਨਹੀਂ ਕਰਾਉਣਾ। ਅੱਜ ਸਿੱਖੀ ਦੇ ਅੰਦਰ ਇੱਕ ਕੁਆਲੀਫਿਕੇਸ਼ਨ ਬਣ ਗਈ ਹੈ ਕਿ ਇਸ ਬੰਦੇ ਨੇ ਵਿਆਹ ਨਹੀਂ ਕਰਾਇਆ। ਗੁਰਬਾਣੀ ਨੂੰ ਮਾਨਤਾ ਨਹੀਂ ਦਿੰਦੀ। ਇੱਕ ਫਿਰਕਾ ਪੈਦਾ ਹੋ ਗਿਆ, ਐਕਸਟਰਾ ਕੁਆਲੀਫਿਕੇਸ਼ਨ, ਹੱਦ ਹੋ ਗਈ। ਇੱਕ ਗ੍ਰਸਤੀ ਬੰਦਾ ਉਸ ਬੰਦੇ ਕੋਲੋਂ ਅਰਦਾਸ ਕਰਵਾ ਰਿਹਾ ਜਿਹਨੇ ਗ੍ਰਸਤ ਆਪ ਧਾਰਨ ਨਹੀਂ ਕੀਤਾ ਹੋਇਆ। ਲੜਕੇ ਦਾਤ ਮਿਲ ਜਾਏ। ਜਿਹੜਾ ਆਪ ਸਮਾਜ ਤੋਂ ਭੱਜਿਆ ਹੋਇਆ ਹੈ, ਪਰਿਵਾਰ ਤੋਂ ਭੱਜਿਆ ਹੋਇਆ, ਉਹ ਸਾਡੀ ਲਈ ਅਰਦਾਸ ਕਰ ਰਿਹਾ ਹੈ। ਜਾਤ ਦਾ ਅਰਥ ਹੈ ਵਿਆਹ ਨਹੀਂ ਕਰਾਉਣਾ, ਜਦ ਕਿ ਸਿੱਖੀ ਵਿੱਚ ਗ੍ਰਸਤ ਨੂੰ ਪ੍ਰਧਾਨਤਾ ਹੈ। ਇਸ ਵਾਸਤੇ ਜਾਤ ਦਾ ਅਰਥ ਇੱਥੇ ਹੈ ਸਰੀਰ ਦੇ ਗਿਆਨ ਇੰਦਰੇ। ਅੱਖਾਂ ਨੂੰ ਜਤ ਦੇਣਾ ਹੈ, ਕੰਨਾਂ ਨੂੰ ਜਤ ਦੇਣਾ, ਜ਼ਬਾਨ ਨੂੰ ਜਤ ਦੇਣਾ। ਸਰੀਰ ਸੁਨਿਆਰੇ ਦੀ ਦੁਕਾਨ। ਸੁਨਿਆਰੇ ਦੀ ਦੁਕਾਨ ਕਿਉਂ ਕਿਹਾ ਹੈ? ਕਿਸੇ ਬਾਣੀ ਦੀ ਦੁਕਾਨ ਕਿਉਂ ਨਹੀਂ ਕਿਹਾ ਹੈ? ਸੁਨਿਆਰੇ ਦੀ ਦੁਕਾਨ ਦੀ ਤਾਰੀਫ ਹੈ ਕਿ ਉਹ ਸਵਾਹ ਕੂੜਾ ਕਰਕਟ ਦਰਵਾਜ਼ੇ ਵੱਲੋਂ ਭੱਠੀ ਵੱਲ ਨੂੰ ਲੈ ਕੇ ਆਉਂਦਾ ਹੈ। ਬਸ ਸੁੱਟਦਾ ਨਹੀਂ ਹੈ, ਉਹ ਕੂੜੇ ਨੂੰ ਵੀ ਧੋ ਲੈਂਦਾ ਹੈ। ਸੋਨੇ ਦਾ ਕੋਈ ਕਿਣਕਾ ਮਿਲ ਜਾਵੇ।
ਸੁਨਿਆਰੇ ਦੀ ਦੁਕਾਨ ਦਾ ਪ੍ਰਤੀਕ ਸੁਨਿਆਰੇ ਦੀ ਦੁਕਾਨ ਮਹਿੰਗੀ ਹੈ, ਵਸਤੂ ਥੋੜੀ ਹੈ ਪਰ ਮੁੱਲ ਬਹੁਤ ਜ਼ਿਆਦਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਹੇ ਬੰਦੇ, ਇਹ ਉਪਦੇਸ਼ ਕੇਵਲ ਸਿੱਖਾਂ ਲਈ ਨਹੀਂ, ਸਾਰੀ ਦੁਨੀਆ ਲਈ ਹੈ। ਸਾਨੂੰ ਮਾਣ ਹੈ ਕਿ ਸਾਡਾ ਗ੍ਰੰਥ ਹੈ, ਪਰ ਇਹ ਗ੍ਰੰਥ ਸਾਰੀ ਦੁਨੀਆ ਦੀ ਅਗਵਾਈ ਕਰਦਾ ਹੈ। ਪ੍ਰਿੰਸੀਪਲ ਸੁਰਵੀਰ ਸਿੰਘ ਇੱਕ ਜਗ੍ਹਾ ਬੜਾ ਕਮਾਲ ਦਾ ਲਿਖਦੇ ਨੇ। ਉਹ ਕਹਿੰਦੇ ਨੇ, ਟਾਈਨਬੀ ਨੇ ਦੁਨੀਆ ਦੇ ਧਰਮਾਂ ਦਾ ਅਧਿਐਨ ਕਰਕੇ 18 ਜਿਲਦਾਂ ਵਿੱਚ ਧਰਮ ਲਿਖੇ ਨੇ। ਭਾਵੇਂ ਉਹਨੂੰ ਸਾਡੇ ਸਿੱਖ ਸਿਧਾਂਤ ਬਾਰੇ ਗਿਆਨ ਨਹੀਂ ਹੈ। ਉਹਨੂੰ ਪੁੱਛਿਆ, ਟਾਈਨਬੀ, ਤੂੰ ਦੁਨੀਆ ਦੇ ਧਰਮਾਂ ਦਾ ਅਧਿਐਨ ਕਰਕੇ 18 ਜਿਲਦਾਂ ਵਿੱਚ ਧਰਮਾਂ ਦੀ ਵਿਆਖਿਆ ਲਿਖ ਦਿੱਤੀ ਆ, ਤੂੰ ਦੱਸ ਸਕਦਾ ਕਿ ਆਉਣ ਵਾਲੇ ਯੁੱਗ ਦਾ ਧਰਮ ਜਿਹੜਾ ਆ ਉਹ ਕਿਹੜਾ ਹੋਏਗਾ? ਕਹਿੰਦਾ, ਦੱਸ ਸਕਦਾ। ਕਹਿੰਦਾ, ਆਉਣ ਵਾਲੇ ਯੁੱਗ ਦਾ ਜੇ ਕੋਈ ਧਰਮ ਹੋਏਗਾ ਤੇ ਉਹ ਗੁਰੂ ਗ੍ਰੰਥ ਦਾ ਹੋਏਗਾ। ਏਕ ਪਿਤਾ ਏਕ ਸਿਕੇ ਹਮ ਬਾਰਕ। ਇੱਕ ਮੈਂ ਅੰਕੜਾ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਸਰਦਾਰ ਮਲਕੀਤ ਸਿੰਘ ਜਰਮਨ ਦੇ ਵਿੱਚ ਬੈਠੇ ਨੇ। ਉਹਨਾਂ ਨੇ ਇੰਟਰਨੈਟ ਤੋਂ 20-25 ਪੰਨੇ ਪ੍ਰਿੰਟ ਕੀਤੇ। ਉਹਨਾਂ ਤੇ ਜੋ ਲਿਖਿਆ ਹੋਇਆ ਸੀ ਉਹ ਸੰਖੇਪ ਸ਼ਬਦਾਂ ਵਿੱਚ। ਨਿਊਯਾਰਕ ਦੀ ਇੱਕ ਸੰਸਥਾ ਹੈ ਨਾਸਤਕਾਂ ਦੀ। ਉਸ ਸੰਸਥਾ ਨੇ ਕਿਹਾ ਵੀ ਦੁਨੀਆ ਦੇ ਜਿੰਨੇ ਵੀ ਧਰਮ ਹੈ ਉਹ ਖਤਮ ਕਰ ਦਿੱਤੇ ਜਾਣੇ ਚਾਹੀਦੇ ਨੇ, ਕਿਉਂਕਿ ਕਰਮ ਕਾਂਡ ਤੇ ਪਖੰਡ ਨੂੰ ਜਨਮ ਦਿੰਦੇ ਨੇ। ਪਰ ਉਹਨਾਂ ਨਾਸਤਕਾਂ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਧਰਮ ਨੂੰ ਪੜ੍ਹਿਆ ਤੇ ਪਿਛਲੇ ਸਾਲ ਉਹਨਾਂ ਨੇ ਆਪਣੀ ਸਟੇਟਮੈਂਟ ਬਦਲੀ ਹੈ। ਉਹ ਕਹਿੰਦੇ ਨੇ, ਜਿੱਥੇ ਅਸੀਂ ਕਿਹਾ ਸੀ ਦੁਨੀਆ ਦੇ ਸਾਰੇ ਧਰਮ ਖਤਮ ਕਰ ਦਿਓ, ਕਰਮ ਕਾਂਡ ਨੂੰ ਜਨਮ ਦਿੰਦੇ ਨੇ, ਅਗਿਆਨਤਾ 'ਚ ਬੜਾਵਾ ਦਿੰਦੇ ਨੇ। ਅਸੀਂ ਵਾਅਦਾ ਕਰਨਾ ਚਾਹੁੰਦੇ ਹਾਂ, ਦੁਨੀਆ ਦੇ ਅੰਦਰ ਜੇ ਕੋਈ ਧਰਮ ਹੋਏਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਧਰਮ ਹੈ, ਜਿਹੜਾ ਸੱਚ ਦੇ ਆਧਾਰ ਉੱਤੇ ਖੜਾ ਹੈ। ਉਹਨਾਂ ਨੇ ਪੁੱਛਿਆ ਵੀ ਇਹ ਦੁਨੀਆ ਵਿੱਚ ਪ੍ਰਚਲਿਤ ਕਿਉਂ ਨਹੀਂ ਹੋ ਸਕਿਆ? ਇਹਦਾ ਕਾਰਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਧਰਮ, ਗਿਆਨ, ਫਿਲਾਸਫੀ ਨੂੰ ਪ੍ਰਚਾਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਨਹੀਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਸਿੱਖੀ ਨਹੀਂ ਹੈ। ਉਹਨੇ ਜਿਹੜੇ ਸ਼ਬਦ ਵਰਤੇ ਨੇ, ਮੇਰਾ ਨਹੀਂ ਚਿੱਤ ਕਰਦਾ ਮੈਂ ਵਰਤਾਂ। ਉਹ ਕਹਿੰਦਾ, ਗੁਰੂ ਨਾਨਕ ਪਾਤਸ਼ਾਹ ਦੇ ਧਰਮ ਦੀ ਵਡਿਆਈ, ਫਿਲਾਸਫੀ, ਗਿਆਨ ਅਨਪੜ੍ਹ ਲੋਕਾਂ ਨੇ ਪ੍ਰਚਾਰਨ ਦਾ ਯਤਨ ਕੀਤਾ, ਜਿਸ ਵਾਸਤੇ ਇਹਦਾ ਪ੍ਰਚਾਰ ਨਹੀਂ ਹੋ ਸਕਿਆ। ਜਤ ਪਾਹਾਰਾ, ਆਪਣੇ ਸਰੀਰ ਦੇ ਗਿਆਨ ਇੰਦਰੀਆਂ ਨੂੰ ਜਤ ਦੇ, ਇਹਦੀ ਦੁਕਾਨ ਬਣਾ। ਫਿਰ ਜਤ ਦਾ ਅਰਥ ਹੈ ਸੰਯਮ। ਬੋਲਣ ਲੱਗੇ ਸੰਯਮ ਕਰ। ਨੌ ਰਾਣੀ ਪਰਿਵਾਰ 'ਚ ਬੈਠੀ ਹੈ, ਸੱਸ ਨੂੰ ਕਿਵੇਂ ਬੋਲਣਾ ਹੈ? ਸੰਯਮ ਦੇ ਵਿੱਚ ਬੋਲੇ। ਗੁਰਦੁਆਰਾ ਸਾਹਿਬ ਵਿੱਚ ਆ ਗਏ ਆ, ਦਫ਼ਤਰੇ ਪੈਸੇ ਲੱਗੀਆਂ ਦੇਣ, ਬੰਦਾ ਸੰਯਮ ਦੇ ਨਾਲ ਬੋਲੇ, ਜਤ ਦੇਵੇ। ਤੇ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਣ ਕੇ ਜ਼ਬਾਨ ਨਾਲ ਬੰਦਾ ਕੌੜੇ ਬੋਲ ਬੋਲੇ, ਗੁਰੂ ਦੀ ਹਜ਼ੂਰੀ ਵਿੱਚ ਵੀ ਬੋਲੇ, ਇਹਦਾ ਅਰਥ ਹੈ ਕਿ ਇਹਨੇ ਜਤ ਅਜੇ ਤੱਕ ਪੜ੍ਹਿਆ ਨਹੀਂ ਹੈ, ਸਵੇਰੇ ਜ਼ਰੂਰ ਪਾਠ ਕੀਤਾ ਇਹਨੇ। ਜਤ ਪਾਹਾਰਾ, ਸਿੱਖ ਦੀ ਜ਼ਬਾਨ ਦੇ ਜਤ ਹੋਵੇ, ਅੱਖ ਵਿੱਚ ਜਤ ਹੋਵੇ, ਕੰਨ ਵਿੱਚ ਜਤ ਹੋਵੇ, ਸੰਯਮ ਤਥਾ ਬਾਕੀ ਗਿਆਨ ਇੰਦਰੀਆਂ ਦੇ ਜਤ ਹੋਵੇ। ਹੁਣ ਇਹਦੀ ਵਿਆਖਿਆ ਕਰੀਏ, ਲੰਬਾ ਸਮਾਂ ਸਿੱਖ ਖੜਾ ਹੋਇਆ, ਹੇ ਗੁਰੂ ਨਾਨਕ ਪਾਤਸ਼ਾਹ, ਗਿਆਨ ਇੰਦਰੀਆਂ ਨੂੰ ਜਤ ਦੇਣਾ ਆ, ਇਹ ਸੁਨਿਆਰੀ ਦੀ ਦੁਕਾਨ ਵਿੱਚ ਸੁਨਿਆਰਾ ਕਿਹੜਾ ਹੋਵੇ? ਫਿਰ ਉਹ ਕਹਿੰਦੇ, ਬੜਾ ਚੰਗਾ ਕੀਤਾ ਪੁੱਛ ਲਿਆ ਜੀ, ਤੁਹਾਡੇ ਸਾਹਮਣੇ ਸ਼ਬਦ ਹੈ। ਸੁਨਿਆਰਾ ਕਿਹੜਾ ਹੋਵੇ? ਧੀਰਜ ਦਾ, ਪੇਸ਼ੈਂਸ। ਅੱਜ ਸਾਡੇ ਸਮਾਜ ਵਿੱਚ ਇਹ ਘਾਟ ਹੈ, ਧੀਰਜ ਦੀ ਬਹੁਤ ਵੱਡੀ ਘਾਟ ਹੈ। ਪਰਿਵਾਰਾਂ ਵਿੱਚ ਨੂੰਹ ਰਾਣੀ ਆਉਂਦੀ ਹੈ, ਪੁੱਤਰ ਵਿਆਹਿਆ ਜਾਂਦਾ ਹੈ, ਧੀ ਨੂੰਹ ਬਣਦੀ ਹੈ, ਸਹੁਰੇ ਘਰ ਵਿੱਚ ਗਈ ਹੈ, ਸੱਸ ਮਾਂ ਨੇ ਕੋਈ ਮਾੜੀ ਜਿਹੀ ਗੱਲ ਸਮਝਾਈ ਹੈ, ਧੀਰਜ ਨਹੀਂ ਹੈ। ਟੈਲੀਫੋਨ ਘੁਮਾਇਆ, ਹਾਂ ਮੰਮੀ ਸੱਸ ਨੇ ਆ ਕਿਹਾ ਹੈ, ਉਹ ਵੀ ਅੱਗੋਂ ਚੱਕ ਦੇ ਫਟਾ, ਕੋਈ ਗੱਲ ਨਹੀਂ ਪੁੱਤ, ਧੀਏ ਤੇਰੇ ਨਾਲ ਆ ਅਸੀਂ। ਧੀਰਜ ਕਿੱਥੇ ਹੈ? ਟੈਲੀਫੋਨ ਦੁਆਰਾ ਆਪਣੇ ਸਹੁਰੇ ਘਰ ਦੀ ਗੱਲ, ਜਿਹੜਾ ਉਹ ਬੱਚੀ ਦਾ ਅਸਲ ਘਰ ਹੈ, ਜਦੋਂ ਪੇਕਿਆਂ ਨੂੰ ਗੱਲ ਦੱਸੇਗੀ, ਧੀਰਜ ਨਹੀਂ ਰਿਹਾ, ਝਗੜੇ ਨੇ ਜਨਮ ਲਿਆ ਹੀ ਲਿਆ। ਤੇ ਸੱਸ ਮਾਂ ਨੂੰ ਵੀ ਚਾਹੀਦਾ ਹੈ, ਜੇ ਨੂੰਹ ਰਾਣੀ ਨਵੀਂ ਆਈ ਹੈ,
ਇਸ ਨੂੰ ਗੱਲ ਸਾਡੇ ਘਰ ਦੀ ਮਰਜ਼ਾਦਾ ਸਮਝਣ ਲਈ ਮਹੀਨਾ 2 ਮਹੀਨੇ 6 ਮਹੀਨੇ ਘੱਟੋ ਘੱਟ ਚਾਹੀਦੇ। ਪੇਸ਼ੈਂਸ ਕਿੱਥੇ ਹੈ? ਧੀਰਜ ਕਿੱਥੇ ਹੈ? ਤੁਹਾਡੇ ਮੁਲਕ ਦੇ ਅੰਦਰ ਧੀਰਜ ਹੈ। ਰੋਡ ਤੇ ਗੱਡੀ ਚਲਾ ਰਹੇ ਹੋ, ਕੋਈ ਬੰਦਾ ਹਾਰਨ ਨਹੀਂ ਮਾਰ ਰਿਹਾ। ਸਾਡੇ ਮੁਲਕ ਅੰਦਰ ਰੋਡ ਤੇ ਚੜ ਜੋ ਹਾਰਨ ਤੋਂ ਹੱਥ ਕੋਈ ਨਹੀਂ ਚੁੱਕਦਾ। ਉਹ ਕਹਿੰਦਾ ਜਿੰਨੀਆਂ ਗੱਡੀਆਂ ਖੜੀਆਂ ਨੇ ਉੱਤੋਂ ਨਹੀਂ ਲਗਾ ਲਿਆ ਮੈਂ। ਜੇ ਧੀਰਜ ਹੈ, ਇੱਕ ਮਾਂ ਕੋਲੇ ਹੈ, ਪਤਾ 9 ਮਹੀਨੇ ਬਾਅਦ ਬੱਚੇ ਦਾ ਮੂੰਹ ਦੇਖਣਾ ਹੈ। ਧੀਰਜ ਹੈ, ਇੱਕ ਕਿਸਾਨ ਦੇ ਕੋਲੇ ਹੈ, ਫਸਲ ਅੱਜ ਬੀਜਦਾ, ਉਹਨੂੰ ਪਤਾ 4.5 ਮਹੀਨਿਆਂ ਬਾਅਦ ਕਣਕ ਨੇ ਪੱਕਣਾ ਹੈ। ਜੇ ਧੀਰਜ ਨਹੀਂ ਹੈ ਤੇ ਧਰਮ ਦੀ ਦੁਨੀਆ ਵਿੱਚ ਨਹੀਂ ਹੈ। ਹੁਣੇ ਹੀ ਅਰਦਾਸ ਕੀਤੀ ਤੇ ਹੁਣੇ ਚਾਹੁੰਦੇ ਆ ਬਾਹਰ ਡਾਲਰ ਲੈ ਕੇ ਬੰਦਾ ਖੜਾ ਹੋਇਆ ਹੋਵੇ, ਹੁਣੇ। ਧੀਰਜ ਨਹੀਂ ਹੈ। ਲਗਾਤਾਰ ਨੂੰਹ ਰਾਣੀ ਦੇ ਘਰ 2 ਧੀਆਂ ਜਨਮ ਲੈ ਲਿਆ, ਸੱਸ ਦਾ ਧੀਰਜ ਟੁੱਟ ਜਾਂਦਾ ਹੈ, ਟੁੱਟਦਾ ਹੈ। ਅੱਜ ਧੀਰਜ ਟੁੱਟਣ ਕਰਕੇ ਹੀ ਭਰੂਣ ਹੱਤਿਆ, ਦਾਜ ਵਰਗੀਆਂ ਬਿਮਾਰੀਆਂ ਨੇ ਜਨਮ ਸਾਡੇ ਘਰਾਂ ਵਿੱਚ ਲਿਆ ਹੋਇਆ ਹੈ। ਕੀ ਇਸ ਬਾਣੀ ਦਾ ਸਵੇਰੇ ਪਾਠ ਪੜ੍ਹ ਲਿਆ ਤੇ ਕੰਮ ਨਿਬੜ ਗਿਆ? ਨਹੀਂ, ਇਸ ਧੀਰਜ ਦਾ ਅਸੀਂ ਸਿਮਰਨ ਕਰਨਾ ਸੀ। ਇਸ ਧੀਰਜ ਦਾ ਇਹ ਸਿਮਰਨ ਹੈ, ਇਹ ਬੰਦਗੀ ਹੈ, ਇਹ ਜਾਪ ਹੈ, ਇਹ ਕਮਾਈ ਹੈ। ਜਤ ਪਾਹਾਰਾ ਧੀਰਜ ਸੁਨਿਆਰ। ਜੇ ਧੀਰਜ ਨਹੀਂ ਹੈ, ਜਿੱਥੇ ਲੰਗਰ ਪੱਕ ਰਿਹਾ ਉੱਥੇ ਨਹੀਂ ਹੈ। ਮਾਫ ਕਰਿਆ ਜੀ ਮੈਨੂੰ। ਗੁਰੂ ਰਾਮਦਾਸ ਦਾ ਲੰਗਰ ਕਹਿੰਦੇ ਆ, ਪ੍ਰਸ਼ਾਦੇ ਦਾ ਇੱਕ ਪਾਸਾ ਕੱਚਾ ਹੁੰਦਾ, ਇੱਕ ਪਾਸਾ ਸੜਿਆ ਹੁੰਦਾ ਹੈ। ਇੱਕ ਕੱਚਾ, ਇੱਕ ਸੜਿਆ ਹੈ। ਕੀ ਧੀਰਜ ਨਾਲ ਪ੍ਰਸ਼ਾਦਾ ਨਹੀਂ ਪਕਾਇਆ ਜਾ ਸਕਦਾ? ਮਾਂ ਰੋਟੀ ਪਕਾ ਰਹੀ ਹੈ ਸਵੇਰੇ ਆਪਣੇ ਬੱਚੇ ਲਈ, ਧੀਰਜ ਹੈ। ਗੁਰਦੁਆਰਾ ਲੰਗਰ ਚ ਆਣ ਕੇ ਧੀਰਜ ਕਿਉਂ ਗਵਾਚਦਾ ਹੈ? ਫੁਲਕਾ ਕੱਚਾ ਕਿਉਂ ਆ, ਸੜਿਆ ਕਿਉਂ ਆ? ਹਰ ਥਾਂ ਦੇ ਉੱਤੇ ਧੀਰਜ ਕੰਮ ਆਉਂਦਾ ਹੈ। ਈਵਨ ਅਸੀਂ ਕਈ ਵਾਰੀ ਪੰਗਤ ਦੇ ਵਿੱਚ ਪ੍ਰਸ਼ਾਦਾ ਲੈਣ ਲੱਗੇ ਵੀ ਧੀਰਜ ਨਹੀਂ ਰਹਿੰਦਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਸਿਮਰਨ ਦਿੱਤਾ ਹੈ, ਬੰਦਗੀ ਦਿੱਤੀ ਹੈ, ਉਹਦੀ ਪ੍ਰੈਕਟਿਸ ਕਰਨੀ। ਉਸ ਪ੍ਰੈਕਟਿਸ ਦਾ ਨਾਮ ਹੈ ਸਿਮਰਨ, ਬੰਦਗੀ। ਜੇ ਇਹਨਾਂ ਗੁਣਾਂ ਦੀ ਪ੍ਰੈਕਟਿਸ ਨਹੀਂ ਕਰ ਰਹੇ ਅਸੀਂ ਤੇ ਫਿਰ ਜਪ ਪੜਿਆ ਨਹੀਂ ਹੈ ਜੀ। ਜਤ ਪਾਹਾਰਾ ਧੀਰ ਸੁਨਿਆਰ ਅਹਰਣ ਮਤ। ਅਹਰਣ ਕੀ ਹੈ? ਲੋਹੇ ਦੀ ਸਿੜ। ਲੋਹੇ ਦੀ ਸਿੜ ਉੱਤੇ ਲੋਹਾ ਰੱਖ ਕੇ ਲੋਹਾਰ ਮਿਸਤਰੀ ਵੈਦਾਨ ਦੀਆਂ ਸੱਟਾਂ ਮਾਰਦਾ, ਇਹਦਾ ਫਾਲਾ ਬਣ ਜਾਏ, ਇਹਦਾ ਰੰਬਾ ਬਣ ਜਾਏ, ਇਹਦੀ ਦਾਤਰੀ ਬਣ ਜਾਏ, ਇਹਦਾ ਕੋਈ ਨਾ ਕੋਈ ਸੰਦ ਬਣ ਜਾਏ। ਅੱਗੋਂ ਅਹਰਣ ਬੋਲਦੀ ਹੈ। ਇਹਦਾ ਅਰਥ ਇਹ ਹੈ ਅਸੀਂ ਮੱਤ ਨੂੰ ਅਹਰਣ ਬਣਾਉਣਾ ਹੈ। ਬੜਾ ਬਰੀਕ ਅਰਥ ਜੀ। ਆਪਣੀ ਮੱਤ ਨੂੰ, ਮੱਥਾ ਕੋਈ ਫਾਰਮੈਲਿਟੀ ਨਹੀਂ ਹੈ। ਮੱਥੇ ਦਾ ਇੱਕ ਬੜਾ ਵੱਡਾ ਮਹਾਨਤਾ ਹੈ। ਸਿੱਖ ਰਹਿਤ ਮਰਜ਼ਾਦਾ ਵਿੱਚ ਲਿਖਿਆ ਹੈ ਕਿ ਜਦੋਂ ਸਿੱਖ ਆਵੇ ਨਮਸਕਾਰ ਕਰੇ ਮੱਥਾ ਟੇਕੇ। ਸਭ ਨੇ ਕੀਤਾ ਹੈ। ਸਿੱਖ ਰਹਿਤ ਮਰਜ਼ਾਦਾ ਵਿੱਚ ਲਿਖਿਆ ਹੈ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੋਵੇ ਤੇ ਖੜੇ ਹੋ ਕੇ ਸਤਿਕਾਰ ਦੇਣਾ ਹੈ। ਖੜੇ ਹੋ ਕੇ ਸਤਿਕਾਰ ਦੇਣਾ ਹੈ। ਪਰ ਮੱਥੇ ਦਾ ਅਸੀਂ ਬਹੁਤ ਟੇਕਦੇ ਹਾਂ, ਪਰ ਉਸ ਮੱਥੇ ਦੇ ਵਿੱਚ, ਉਸ ਦਿਮਾਗ ਦੀ ਚਿੱਪ ਦੇ ਵਿੱਚ ਗੁਰੂ ਦੀ ਮੱਤ ਵੀ ਪਾਉਣੀ ਹੈ। ਅਹਰਣ ਮੱਤ। ਅਹਰਣ ਮੱਤ। ਮੱਤ ਨੂੰ ਅਹਰਣ ਬਣਾਉਣਾ ਭਾਵ ਮੱਤ ਨੂੰ ਗੁਰੂ ਦੇ ਸਮਰਪਿਤ ਕਰਨਾ ਹੈ। ਹੁਣੇ ਭਾਈ ਸਾਹਿਬ ਨੇ ਅਰਦਾਸ ਕਰਨੀ ਹੈ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਮੱਤ ਦਾ ਕਨਸੈਪਟ ਬੜਾ ਡੂੰਘਾ ਹੈ। ਅਸੀਂ ਗੁਰੂ ਦੇ ਸਾਹਮਣੇ ਮੱਤ ਰੱਖਣੀ ਹੈ, ਸਮਰਪਿਤ ਹੋਣਾ ਵੀ ਹੇ ਗੁਰੂ ਸਾਹਿਬ ਸਾਨੂੰ ਆਪਣੀ ਸਿੱਖਿਆ ਦਿਓ। ਸਮਰਪਿਤ ਹੋਣਾ ਹੈ ਗੁਰੂ ਦੇ ਅੱਗੇ। ਅਹਰਣ ਮੱਤ। ਵੇਦ ਹਥਿਆਰ। ਹਥਿਆਰ ਨਹੀਂ ਹੈ, ਹਥਿਆਰ। ਹਥਿਆਰ ਨਹੀਂ ਹੈ, ਹਥਿਆਰ। ਵੇਦ ਦੇ ਦੱਦੇ ਨੂੰ ਔਂਕੜ ਹੈ। ਇਹ ਗੁਰਬਾਣੀ ਦੀ ਵਿਆਕਰਣ ਹੈ। ਜਦੋਂ ਵੇਦ ਦੇ ਦੱਦੇ ਨੂੰ ਔਂਕੜ ਆ ਜਾਏਗੀ, ਇਹ ਨਾਉਨ ਇੱਕ ਵਚਨ ਦੇ ਰੂਪ ਵਿੱਚ ਤਬਦੀਲ ਹੋ ਜਾਊ। ਇਹਦਾ ਅਰਥ ਹੈ ਗਿਆਨ। ਜਦੋਂ ਵੇਦ ਦੇ ਦੱਦੇ ਦੀ ਔਂਕੜ ਉੱਡ ਜਾਏਗੀ, ਉਦੋਂ ਅਰਥ ਬਣੇਗਾ 4 ਵੇਦ। ਵੇਦ ਹਥਿਆਰ। ਅਹਰਣ ਮਤ। ਮਤ ਨੂੰ ਅਹਰਣ ਬਣਾ ਭਾਵ ਸਮਰਪਿਤ ਹੋ। ਫਿਰ ਵੇਦ ਹਥਿਆਰ ਗੁਰੂ ਦੇ ਗਿਆਨ ਦਾ ਇਸ ਮਤ ਉੱਤੇ ਹਥੌੜਾ ਚਲਾ
ਤੇ ਗੁਰਬਾਣੀ ਕੀ ਹੈ? ਇਹ ਗਿਆਨ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੇ ਕੀ ਉਡੀ, ਭਰਮ ਕੀ ਟਾਟੀ। ਇਹ ਭਰਮ ਉਡਾਉਂਦੀ ਹੈ। ਅੱਜ ਜਿੰਨੇ ਸਾਡੇ ਵਿੱਚ ਭਰਮ ਨੇ, ਸ਼ਾਇਦ ਕਿਸੇ ਕੌਮ ਦੇ ਵਿੱਚ ਭਰਮ ਹੋਣ। ਕਿੰਨੇ ਕੁ ਭਰਮ ਮੈਂ ਗਿਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਖੰਡ ਪਾਠ ਸਾਹਿਬ ਘਰ ਕਰਵਾ ਰਹੇ ਹਾਂ। ਭਰਮ ਪਾਲਿਆ ਹੋਇਆ ਕਿ ਵਰਣ ਦੇਵਤਾ ਪਾਣੀ ਕੋਲ ਘੜਾ ਭਰ ਕੇ ਰੱਖ ਲਓ, ਸ਼ਨੀਸ਼ਰ ਦੇਵਤਾ ਬਾਹਰ ਰਹੇਗਾ। ਬਰੂਹਾਂ ਤੇ ਤੇਲ ਚੋ ਦਿਓ, ਸਰੋਂ ਦਾ ਸ਼ਨੀਸ਼ਰ ਦੇਵਤਾ ਬਾਹਰ ਰਹਿ ਜਾਏਗਾ। ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਭਰਮ ਸਾਡੇ ਬਹੁਤ ਜ਼ਿਆਦਾ ਭਰਮ ਨੇ। ਇਸ ਲਈ ਗੁਰਬਾਣੀ ਸਾਡੇ ਭਰਮਾਂ ਨੂੰ ਦੂਰ ਕਰਦੀ ਹੈ, ਪਰ ਸਾਡਿਆਂ ਘਰਾਂ ਦੀਆਂ ਬਰੂਹਾਂ ਤੱਕ, ਸਾਡੇ ਬੈੱਡਰੂਮ ਤੱਕ ਜਿਹੜੇ ਭਰਮ ਨੇ ਉਹ ਗਏ ਹੋਏ ਨੇ। ਔਰ ਭਰਮ ਪਾਉਣ ਵਾਲਿਆਂ ਨੇ ਕਮਾਲ ਕੀਤੀ। ਬਿੱਲੀ ਦੀ ਹੈਸੀਅਤ ਕੀ ਹੈ ਵਿਚਾਰੀ ਦੀ? ਸਭ ਤੋਂ ਡਰਪੋਕ ਜਾਨਵਰ, ਸਭ ਤੋਂ ਡਰਪੋਕ ਜਾਨਵਰ ਹੈ। ਅਸੀਂ ਕਹਿੰਦੇ ਆ ਬਿੱਲੀ ਰਸਤਾ ਕੱਟ ਗਈ ਹੈ, ਅਰਦਾਸ ਕਰਕੇ ਚੱਲੇ ਹੁੰਦੇ ਨੇ ਅਸੀਂ। ਕੈਸਾ ਸੁੰਦਰ ਭਰਮ ਹੈ। ਅਰਦਾਸ ਕਰਕੇ ਸਿੱਖ ਚੱਲਿਆ, ਬਿੱਲੀ ਅੱਗੋਂ ਦੀ ਲੰਘ ਗਈ, ਰੁਕ ਜਾਂਦੇ ਆ, ਰਸਤਾ ਕੱਟਿਆ ਗਿਆ। ਕਿੱਥੇ ਗਿਆਨ ਹੈ? ਅਹਰਨ ਮਤ ਵੇਦ ਹਥਿਆਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਦਾ ਆਪਣੀ ਮੱਤ ਉੱਤੇ ਹਥੌੜਾ ਚਲਾ। ਅੱਗੇ ਭਉ ਖੱਲਾਂ। ਖੱਲਾਂ ਕੀ ਹੈ? ਭਾਂਡੇ ਕਲੀ ਕਰਨ ਵਾਲਿਆਂ ਨੂੰ ਤੁਸੀਂ ਦੇਖਿਆ ਹੋਣਾ, ਸੁਨਿਆਰੇ ਨੂੰ ਵੀ ਦੇਖਿਆ ਹੋਣਾ। ਮੇਰੀ ਉਮਰ ਦੇ ਵੀਰਾਂ ਨੇ, ਮਾਤਾਵਾਂ ਨੇ ਔਰ ਭੈਣਾਂ ਨੇ, ਉਹਦੇ ਕੋਲ ਧੌਂਖਣੀ ਹੁੰਦੀ ਸੀ, ਉੱਤੋਂ ਝੋਲਾ ਖੁੱਲਾ, ਅੱਗੋਂ ਪਾਈਪ ਲੱਗਿਆ ਹੋਣਾ, ਭੱਠੀ ਗਿਆ ਹੋਣਾ, ਹਵਾ ਭਰ ਕੇ ਥੱਲੇ ਪ੍ਰੈਸ ਕਰਨੀ, ਹਵਾ ਭੱਠੀ ਵਿੱਚ ਜਾਣੀ। ਖੱਲਾਂ, ਦੋ ਖੱਲਾਂ ਨੂੰ ਜੋੜ ਕੇ ਉਹਦੀ ਧੌਂਖਣੀ ਬਣਾਈ ਹੁੰਦੀ ਸੀ। ਪਾਓ ਖੱਲਾਂ। ਤੇਰੇ ਮਨ ਦੇ ਅੰਦਰ ਜੋ ਭੱਠੀ ਨੂੰ ਹਵਾ ਦੇਣ ਵਾਲਾ ਸੰਦ ਹੈ, ਉਹ ਕਿਹੜਾ ਬਣ ਜਾਏ? ਭਉ ਦਾ। ਭਉ ਦਾ ਕੀ ਅਰਥ ਹੈ? ਡਰਨਾ। ਤੇ ਡਰ ਦਾ ਅਰਥ ਕੀ ਹੈ? ਬੰਦਾ ਹਨੇਰੇ ਕੋਲ ਡਰੀ ਜਾਂਦਾ ਹੈ, ਹਨੇਰੇ 'ਚ ਰੱਸੀ ਪਈ ਹੋਏ ਸੱਪ, ਉਹ ਡਰਨਾ ਨਹੀਂ ਹੈ। ਇੱਥੇ ਡਰ ਦਾ ਅਰਥ ਹੈ ਅਦਬ ਔਰ ਸਤਿਕਾਰ ਦੀ ਭਾਵਨਾ। ਪਤੀ ਔਰ ਪਤਨੀ ਵਿੱਚ ਡਰ। ਪਤੀ ਔਰ ਪਤਨੀ ਡਰ ਕਿਹੜਾ ਆ? ਅਦਬ ਕਰਨਾ ਤੇ ਅਦਬ ਕਰਾਉਣਾ, ਸਤਿਕਾਰ, ਅਦਬ ਦੀ ਭਾਵਨਾ, ਇਹਨੂੰ ਡਰ ਕਿਹਾ ਗਿਆ ਹੈ। ਉਹਦੇ 'ਚ ਡਰਦੇ ਬਹੁਤ ਹੈ। ਬਿਜਲੀ ਗੜਕ ਪਏ, ਲਿਸ਼ਕ ਪਵੇ, ਕਹਿੰਦੇ ਮਾਮਾ ਭਣੇਵਾ ਇਕੱਠੇ ਨਾਲ ਬਿਜਲੀ ਪੈ ਜਾਏਗੀ। ਭਰਮ। ਭਉ ਖਲਾਂ। ਸਾਡੇ ਹਿਰਦੇ ਵਿੱਚ ਇੱਕ ਭੈ ਹੋਵੇ, ਡਿਸਿਪਲਿਨ ਹੋਵੇ। ਗੁਰਦੁਆਰੇ ਗਏ ਆ, ਸਕੂਲੇ ਗਏ ਆ, ਅਦਬ ਹੈ, ਸਤਿਕਾਰ ਆ। ਮੇਰਾ ਖਿਆਲ ਹੈ ਤੁਹਾਡੇ ਮੁਲਕ ਵਿੱਚ ਇਹ ਬਹੁਤ ਜ਼ਿਆਦਾ, ਸਾਡੇ ਮੁਲਕ ਵਿੱਚ ਤਾਂ ਹੀ ਕੋਈ ਨਹੀਂ ਹੈ। ਅਦਬ ਸਤਿਕਾਰ, ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖਣਾ ਹੈ, ਉੱਚੀ ਨਹੀਂ ਬੋਲਣਾ, ਸਤਿਕਾਰ ਕਰਨਾ ਹੈ। ਜਵਾਈ ਨੇ ਸਹੁਰੇ ਸਤਿਕਾਰ ਕਰਨਾ, ਨੂੰਹ ਨੇ ਸਹੁਰੇ ਸਤਿਕਾਰ ਕਰਨਾ। ਇਹ ਭਾਵਨਾ ਸਾਡੇ ਵਿੱਚ ਆ ਗਈ, ਸਮਝੋ ਸਵੇਰੇ ਜਪ ਨਿਸ਼ਾਨ ਅਸੀਂ ਪੜ੍ਹਿਆ ਹੈ। ਭਉ ਖਲਾਂ। ਸਵਾਲ ਪੈਦਾ ਹੁੰਦਾ ਹੈ, ਜਦੋਂ ਗੁਰਬਾਣੀ ਪੜ੍ਹਦੇ ਹਾਂ ਸਾਡਾ ਮਨ ਨਹੀਂ ਲੱਗਦਾ, ਜਾਂ ਬਾਣੀ ਪੜ੍ਹਦੇ ਹਾਂ ਧਿਆਨ ਕਿੱਥੇ ਰੱਖੀਏ? ਬੜੇ ਅਹਿਮ ਸਵਾਲ। ਗੁਰਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ, ਗੁਰਬਾਣੀ ਪੜ੍ਹਦੇ ਹਾਂ ਧਿਆਨ ਕਿੱਥੇ ਰੱਖੀਏ? ਉਸ ਧਿਆਨ ਰੱਖਣ ਦੀ ਬਦੌਲਤ ਅਸੀਂ ਤਸਵੀਰਾਂ ਦੇ ਕਲਚਰ ਨੂੰ ਘਰਾਂ 'ਚ ਲੈ ਆਉਂਦਾ ਹੈ। ਖੈਰ ਇਹ ਵੱਖਰਾ ਚੈਪਟਰ ਹੈ। ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਵਿੱਚੋਂ ਹੀ ਸਾਨੂੰ ਉੱਤਰ ਮਿਲ ਜਾਂਦੇ ਨੇ। ਗੁਰਬਾਣੀ ਕਹਿ ਰਹੀ ਹੈ, ਫਰਮਾ ਰਹੀ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਗਾਵੀ ਦਾ ਕੀ ਅਰਥ ਹੈ? ਗੁਰਬਾਣੀ ਪੜ੍ਹਨੀ। ਸੁਣੀ ਦਾ ਕੀ ਅਰਥ ਹੈ? ਜੋ ਅਸੀਂ ਗੁਰਬਾਣੀ ਨੂੰ ਜ਼ੁਬਾਨ ਨਾਲ ਬੋਲ ਰਹੇ ਹਾਂ ਉਹਨਾਂ ਨੂੰ ਆਪਣਿਆਂ ਕੰਨਾਂ ਨਾਲ ਸੁਣਨ ਦਾ ਯਤਨ ਕਰੀਏ। ਤੀਜੀ ਗੱਲ ਪਿਆਰ ਦੀ। ਗਾਵੀ ਹੈ, ਸੁਣੀ ਹੈ, ਮਨ ਰੱਖੀਏ ਭਾਉ, ਮਨ ਦੇ ਵਿੱਚ ਪਿਆਰ ਹੋਵੇ। ਜੋ ਬੋਲ ਰਹੇ ਹਾਂ ਉਹਨਾਂ ਨੂੰ ਕੰਨਾਂ ਨਾਲ ਸੁਣੀਏ। 300 ਸਾਲਾ ਸ਼ਤਾਬਦੀ ਮਨਾ ਰਹੇ ਹਾਂ। ਅਸੀਂ ਕਿੰਨੇ ਕੁ ਪਰਿਵਾਰ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਠ ਕੀਤਾ ਹੈ? ਜੇ ਨਹੀਂ ਕੀਤਾ, ਲੰਗਰ ਛਕਾਂਗੇ,
ਨਗਰ ਕੀਰਤਨ ਨਿਕਲਣਗੇ, ਘਰਾਂ ਨੂੰ ਚਲੇ ਜਾਵਾਂਗੇ, ਰਮਾਲੇ ਚੜਾ ਜਾਵਾਂਗੇ ਅਸੀਂ। ਜੇ ਆਪਣੇ ਪਿਤਾ ਦੇ ਬੋਲਾਂ ਨੂੰ ਵੀ ਸਿੱਖ ਨਹੀਂ ਪੜ੍ਹ ਰਿਹਾ, ਵਿਚਾਰ ਨਹੀਂ ਰਿਹਾ, ਫਿਰ ਜਿਵੇਂ ਬਾਕੀ ਸ਼ਤਾਬਦੀਆਂ ਘੱਟਿਆਂ 'ਚ ਉੱਡ ਗਈਆਂ ਨੇ, ਐਵੇਂ ਇਹ ਵੀ ਉੱਡਦੀ ਨਜ਼ਰ ਆਏਗੀ, ਪ੍ਰਾਪਤੀ ਕੁਝ ਵੀ ਨਹੀਂ ਹੋਣੀ। ਇਸ ਲਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕ ਰਹੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ, ਉੱਥੇ ਆਪ ਬਾਣੀ ਪੜ੍ਹਨ ਦਾ ਵੀ ਯਤਨ ਕਰੀਏ। ਅਸੀਂ ਵਿਚਾਰੀਏ ਆਪ। ਪੌਖਲਾ ਅਗਨ ਤਪਤਾਓ, ਉਸ ਭੱਠੀ ਵਿੱਚ ਅੱਗ ਕਿਹੜੀ ਬਲਦੀ ਹੈ? ਅਗਨ ਤਪਤਾਓ, ਕੋਲੇ ਮਗਦੇ ਨੇ। ਕੋਲੇ ਮਗਣ ਦਾ ਇੱਕ ਪ੍ਰਤੀਕ ਹੈ ਕਿ ਜਦੋਂ ਕੋਲੇ ਮਗਦੇ ਹੈ, ਸੇਕ ਆਉਂਦਾ ਹੈ। ਜਦੋਂ ਸਿੱਖ ਸਵੇਰੇ ਉੱਠਦਾ ਹੈ, ਸਰੀਰ ਨੂੰ ਥੋੜਾ ਜਿਹਾ ਉੱਠ ਕੇ ਕਸ਼ਟ ਹੁੰਦਾ ਹੈ, ਬੰਦਾ ਕਿਰਤ ਕਰਦਾ ਹੈ, ਸਰੀਰ ਨੂੰ ਕੰਮ ਕਰਨਾ ਪੈਂਦਾ, ਬਾਣੀ ਪੜ੍ਹਦਾ, ਸਰੀਰ ਨੂੰ ਵਰਕ ਕਰਨਾ ਪੈਂਦਾ। ਅਗਨ ਤਪਤਾਓ, ਆਪਣੇ ਸੁਭਾਅ ਦੇ ਵਿੱਚ ਅਗਨ ਵਾਂਗੂ ਸੇਕ ਦੇ, ਭਾਵ ਉਦਮ ਲੈ ਕੇ ਆ, ਆਲਸ ਦਾ ਤਿਆਗ ਕਰ। ਅੱਗ ਬਲੇਗੀ, ਸੋਨਾ ਪਿਘਲੇਗਾ। ਉਦਮ ਕਰੇਗਾ, ਕਿਰਤ ਹੋ ਸਕਦੀ ਹੈ। ਉਦਮ ਕਰੇਗਾ, ਬਾਣੀ ਪੜ੍ਹੀ ਜਾਏਗੀ। ਸਾਡੀ ਅਜੀ ਗੁਰਬਾਣੀ ਸਮੱਸਿਆ ਨਹੀਂ ਹੈ, ਗੁਰਬਾਣੀ ਦਾ ਪਾਠ ਸਾਡੀ ਸਮੱਸਿਆ ਨਹੀਂ ਹੈ। ਸਾਡੀ ਸਮੱਸਿਆ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਲਈਏ, ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣ, ਫਿਰ ਸੰਸਾਰ ਚੋਂ ਮੁੱਲ ਮਿਲ ਜਾਂਦੀਆਂ ਨੇ। ਬਹੁਤੀਆਂ ਵਸਤੂਆਂ ਸੰਸਾਰ ਚੋਂ ਮੁੱਲ ਮਿਲ ਜਾਂਦੀਆਂ ਨੇ। ਬੜੇ ਅਹਿਮ ਵਿਸ਼ੇ ਨੇ, ਬੜੇ ਅਹਿਮ ਸਬਜੈਕਟ ਹੈ, ਜਿਹੜੇ ਸਾਨੂੰ ਅੱਜ ਬਹੁਤ ਸਮਝਣ ਦੀ ਜ਼ਰੂਰਤ ਹੈ, ਜਿਹਨੂੰ ਅਸੀਂ ਨਿਆਰਾ ਖਾਲਸਾ ਕਹਿੰਦੇ ਹਾਂ। ਨਿਆਰਾ ਖਾਲਸਾ ਕੇਵਲ ਪਹਿਰਾਵੇ ਦਾ ਨਾਂ ਨਹੀਂ ਹੈ। ਨਿਆਰੇ ਖਾਲਸੇ ਦਾ ਅਰਥ ਆ ਗੁਰਬਾਣੀ ਦਾ ਸਿਧਾਂਤ ਸਾਡੇ ਹਿਰਦੇ ਵਿੱਚ ਆ ਜਾਏ। ਬਾਣੀ ਔਰ ਬਾਣਾ, ਬਾਣੀ ਗੁਰੂ ਗ੍ਰੰਥ ਸਾਹਿਬ ਦੀ, ਬਾਣਾ ਅੰਦਰਲੀ ਬਨਾਵਟ, ਅੰਦਰਲਾ ਸੁਭਾਅ। ਪਾਓ ਖਲਾ, ਤੇਰੇ ਹਿਰਦੇ ਵਿੱਚ ਅਦਬ ਸਤਿਕਾਰ ਦੀ ਭਾਵਨਾ ਹੋਵੇ। ਅਗਨ ਤਪਤਾਓ, ਤੇਰੇ ਸੁਭਾਅ ਦੇ ਵਿੱਚ ਉਦਮ ਹੋਵੇ। ਜੇ ਘਰ ਵਿੱਚ ਉਦਮ ਹੈ, ਉਸ ਘਰ ਵਿੱਚ ਖੁਸ਼ੀਆਂ ਨੇ। ਜਿਸ ਘਰ ਵਿੱਚ ਆਲਸ ਹੈ, ਹਾਂ ਆਲਸ ਹੈ ਧਰਮ ਦੀ ਦੁਨੀਆ ਵੱਲੋਂ। ਕਹੀਏ ਸਿੰਘਾ ਖੰਡੇ ਦੀ ਪੌਲ ਲੈ ਲਾ, ਨਹੀਂ ਅਜੇ ਉਮਰ ਨਹੀਂ ਹੋਈ, ਆਲਸ ਹੈ। ਸਿੱਖਾ ਦਸਤਾਰ ਸਜਾ ਲਾ, ਆਲਸ ਹੈ। ਗੁਰਦੁਆਰੇ ਚੱਲੀਏ, ਜਦੋਂ ਭੋਗ ਪੈਣਾ ਉਦੋਂ ਹੀ ਚੱਲਾਂਗੇ, ਆਲਸ ਹੈ। ਆਲਸ ਕਿੱਥੇ ਨਹੀਂ ਹੈਗਾ, ਹਰ ਥਾਂ ਦੇ ਉੱਤੇ ਆਲਸ ਕੰਮ ਕਰ ਰਿਹਾ ਹੈ। ਲਾਇਬ੍ਰੇਰੀ ਬਣਾਉਣੀ ਹੈ, ਫਿਰ ਬਣਾ ਲਾਂਗੇ, ਆਲਸ ਹੈ। ਸ਼ਾਮ ਪਈ ਹੈ, ਦਾਰੂ ਪੀਣ ਜਾਣਾ, ਕੋਈ ਆਲਸ ਨਹੀਂ ਹੈ। ਬਾਣੀ ਪੜ੍ਹਨੀ ਹੈ ਤੇ ਆਲਸ ਹੈ। ਅਗਨ ਤਪਤਾਓ ਦਾ ਅਰਥ ਹੈ ਆਪਣੇ ਸੁਭਾਅ ਦੇ ਵਿੱਚ ਆਲਸ ਦਾ ਤਿਆਗ ਕਰਕੇ ਉਦਮ ਦੀ ਭਾਵਨਾ ਲੈ ਕੇ ਆ। ਭਾਂਡਾ ਪਾਓ, ਸੁਨਿਆਰੇ ਕੋਲ ਕਠਾਲੀ ਹੈ ਜਿਹਦੇ ਵਿੱਚ ਸੋਨਾ ਪਾ ਕੇ ਪਿਘਲਾਇਆ ਜਾਂਦਾ। ਤੁਹਾਡੇ ਸਾਹਮਣੇ ਸ਼ਬਦ ਹੈ। ਉਹ ਕਠਾਲੀ ਕਿਹੜੀ ਹੋਵੇ ਜਿਹਦੇ ਸੋਨਾ ਪਿਘਲਾਇਆ ਜਾਂਦਾ? ਉਹ ਹੋਵੇ ਭਾਉ ਦਾ, ਪਿਆਰ ਦਾ। ਸਵਾਲ ਪੈਦਾ ਹੁੰਦਾ ਹੈ, ਰੱਬ ਦੀ ਬੋਲੀ ਕਿਹੜੀ ਹੈ? ਰੱਬ ਨਾਲ ਅਸੀਂ ਗੱਲਾਂ ਕਰਨੀਆਂ, ਜਦੋਂ ਰੱਬ ਜੰਮਦਾ ਨਹੀਂ ਹੈ, ਉਹਦੀ ਮੂਰਤ ਨਹੀਂ ਹੈ, ਗੱਲਾਂ ਕਿਹਦੇ ਨਾਲ ਕਰੀਏ? ਰੱਬ ਜੰਮਦਾ ਨਹੀਂ ਹੈ, ਰੱਬ ਦੀ ਮੂਰਤ ਕੋਈ ਨਹੀਂ ਹੈ, ਤੇ ਗੱਲਾਂ ਕਿਹਦੇ ਨਾਲ ਕਰੀਏ ਅਸੀਂ? ਗੁਰੂ ਸਾਹਿਬ ਰੱਬ ਦੀ ਬੋਲੀ ਹੈ। ਰੱਬ ਦੀ ਬੋਲੀ ਕਿਹੜੀ ਹੈ? ਭਾਖਿਆ ਭਾਉ ਆਪਾਰ। ਭਾਖਿਆ ਮੈਨੇ ਬੋਲੀ, ਭਾਉ ਮੈਨੇ ਪਿਆਰ। ਰੱਬ ਦੀ ਬੋਲੀ ਕਿਹੜੀ ਆ? ਪਿਆਰ ਦੀ। ਇਹਦਾ ਅਰਥ ਆ ਨੂੰਹ ਸੱਸ ਦਾ ਪਿਆਰ, ਮਾਮੇ ਭਣੇਵੇਂ ਦਾ ਪਿਆਰ, ਭੂਆ ਭਤੀਜੀ ਦਾ ਪਿਆਰ, ਭਾਈ ਭਾਈ ਦਾ ਪਿਆਰ, ਸਿੱਖ ਸਿੱਖ ਦਾ ਪਿਆਰ। ਭਾਖਿਆ ਭਾਉ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ। ਤੇ ਪ੍ਰੇਮ ਦੀ ਭਾਵਨਾ ਕੀ ਹੈ? ਪ੍ਰੇਮ ਦੀ ਭਾਵਨਾ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ, ਪਿਆਰ ਨਾਲ ਬੁਲਾਉਣਾ। ਪਰ ਕਈ ਵਾਰੀ ਸਾਡੀ ਜ਼ਬਾਨ ਦੇ ਬੋਲ ਅਜਿਹੇ ਹੁੰਦੇ ਨੇ, ਅਗਲੇ ਦਾ ਹਿਰਦਾ ਚੀਰ ਕੇ ਰੱਖ ਦਿੰਦੇ ਅਸੀਂ। ਜ਼ਬਾਨ ਦੇ ਬੋਲ। ਭਾਂਡਾ ਭਾਓ, ਸਾਡੇ ਹਿਰਦੇ ਰੂਪੀ ਭਾਂਡੇ 'ਚ ਕੀ ਹੋਵੇ? ਪਿਆਰ। ਫਿਰ ਕੀ ਆ? ਅੰਮ੍ਰਿਤ ਤੇ ਢਾਲ। ਅੰਮ੍ਰਿਤ ਕੀ ਆ? ਗੁਰਬਾਣੀ। ਅੰਮ੍ਰਿਤ ਕੀ ਆ? ਗੁਰਦੁਆਰਾ। ਫੇਰ ਗੁਰਦੁਆਰੇ ਆ, ਫੇਰ ਬਾਣੀ ਪੜ੍ਹ,
फिर परिवार विच विचर। अमृत ढाल, गुरबाणी की है? अमृत, हमारी प्यारी अमृत धारी, आत्मिक जीवन देने वाली। अमृत, मृत मैंने मर जाना, एड़ा नरक नेगेटिव बन गया, मरदा नहीं है। इन्हां सत्तां नुकतियां नूं अपने सुभाव विच लिया के फिर गुरुद्वारे आ, फिर गृहस्थ विच विचर, फिर समाज विच विचर। अमृत आत्मिक जीवन फिर तेरा ढलेगा। फिर घड़ी है शब्द, फिर दोहरा दिया। पहला नुकता धीरज दा, पहला नुकता संयम दा, दूजा धीरज दा, तीजा समर्पित होना है, चौथा ज्ञान लेना है, पंजवां अदब ते सत्कार, छेवां उद्यम दा, सतवां प्यार दा। आ नुकते तुहाडे सामने है जो गुरु साहब ने सानू मैसेज दिता। इन्हां नुकतियां दा सिमरन करना है असीं। ये जिहड़े गुण ने ये वाहिगुरु दे ने, ये गुण साडे सुभाव विच आ जाण। जिन्हां गुणां नूं असीं लिया नहीं है, असीं निरा ही कह रहे हैं वाहिगुरु, ते गुरबाणी कहदी है राम राम सब को कह, कहिए राम ना होए। इस वास्ते इन्हां दी प्रैक्टिस करनी है असीं। जे प्रैक्टिस करांगे ते साडे घर दे विच आनंद है, साडे घर विच खुशी है, साडे घर विच खेड़ा है। की कारण है कि बंदा नितनेम करन तों बाद भी दुखी है। लड़ाई झगड़े कलेश उदां ही स्टैंड ने, बंदे टेंशन है, हाइपर टेंशन है बंदे नूं। गुरबाणी ते ये सारियां बीमारियां साडियां अंदरलियां दूर करनियां सी। इस वास्ते गुरु साहब कह रहे ने घड़ी है शब्द। शब्द की है? जो मूंह चों बोल बोलते हैं, वो बोल साडा किरदार ने। इन्हां नुकतियां नूं लै आंदा, सुभाव विच लै आंदा, फिर जो जी होए सो उगवै। जो जी होए सो उगवै, मुंह का कहया वा। जो साडे हिरदे विच सत नुकते आ गए, वो बोल भी साडे वो घड़े हुए बाहर निकलणगे। घड़ी है शब्द साडा किरदार, साडा आचरण, साडा सुभाव। घड़ी है शब्द सच्ची टकसाल। यह सत नुकतियां दी सच्ची टकसाल है। जिन को नदर करम कट्ठा पाठ, जिन्हां ने ये नुकते अपना लए उन्हां ते गुरु दी परमात्मा दी मेहर दी निगाह है। तीन कार उन्हां दी जिंदगी दी कार बन जाती है। तो फिर की हुंदा? नानक नदरी नदर निहाल। वो फिर नदरी नदर निहाल ने आत्म गुणा नाल भरपूर हो जाते ने। उन्हां नूं क्या पल्ले सब किछ पाए, सारे गुण उन्हां दे पल्ले विच पै जाते हैं। वो भागां वाले हो। मां त्रिपता गुरु नानक पातशाह दे माता जी जदों प्रचार दौरिਆਂ ਤੋਂ वापस आए ने, अपने नगर दे बार-बार खूह दी मौन ते बैठे ने, पिपड़ां दे पत्ते खड़-खड़ कर रहे ने, हाली हल घरां नूं लिजा रहे ने, वागी पशु घरां नूं लिजा रहे ने। सिख बीबियां पुछदे कि मां त्रिपता दा जी नूं पढ़िया जी। गुरु साहब कहण लगे जा मरदानिया घर दसिया मां नूं, मैं आया लगभग 11 कुछ साल बाद। पिंड विच स्नेहा पुजिया, सारे लोग वाहो दाही दौड़ के आया। मां आई, राय बुलार आया, नमस्कार की। मां ने प्यार गलवकड़ी विच लिया, मेरे बेटे मैं उन्हां राहां तो सदके, उन्हां घटियां तो सदके जिन्हां तो चल के आया तू। बेटा प्यार तू स्नेहा की दे के आया? कहण लगे मां जदों बेबे नानकी दा विआह सी, गहणे बनाए सी ना, ते सुनियारे कोले गए सी। सुनियारे ने जदों क्या गहणे चाहिदा, वो कहण लगा जी डिजाइन देखो कितना वधिया है। असीं पुछिया ये किन्ने कैरट्स दा? कहंदा जी कैरट्स नूं पाओ खूह च, तुसीं डिजाइन देखो कितना वधिया है। मां जे उसे ही गहणे नूं कदे वापस सुनियारे कोले वेचना होवे, जदों असीं सुनियारे कोल लैके जांदे आ भी आ गहणा लै ला, ते सुनियारा पत्थर दी कसवट्टी कढ के घसाउणा शुरू कर दिंदा। असीं कहने डिजाइन देख, कहंदा डिजाइन मेरे काम दा नहीं है, मैं ये देखने च क्वालिटी किन्नी है। मां इसे तरह ही संसार दे अंदर डिजाइन नहीं देखा जाता कि बंदे ने पखंड नाल कर्म कांड द्वारा लोक दिखावे द्वारा जीवन किस तरह बतीत कीता आ। समाज विच भाईचारे विच ते बंदे दे गुणां दे क्वालिटी दा मुੱਲ पैंदा, इह च क्वालिटी किन्नी है।
ਇਹ ਕੁਆਲਿਟੀ, ਇਹ ਗੁਣ ਜਿਹੜੇ ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਦੱਸੇ ਨੇ, 300 ਸਾਲਾ ਸ਼ਤਾਬਦੀ ਮਨਾ ਰਹੇ ਆ, ਇਹ ਗੁਣ ਸਾਡੇ ਵਿੱਚ ਵੀ ਆ ਜਾਣ ਤੇ ਕੀ ਹੋਏਗਾ? ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਭਾਗਾਂ ਵਾਲਿਓ, ਕੈਨੇਡਾ ਵਿੱਚ ਮੈਂ ਆਪਣੀ ਹਯਾਤੀ ਵਿੱਚ, ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫਾ ਆਇਆ ਤੇ ਇਸ ਸਥਾਨ ਤੇ ਪਹਿਲੀ ਦਫਾ ਆਇਆ। ਸਿੰਘ ਸਭਾ ਇੰਟਰਨੈਸ਼ਨਲ ਟੋਰਾਂਟੋ ਵਿਨੀਪੈਗ ਤੇ ਇੱਥੇ ਐਡਮਿੰਟਨ ਦੀਆਂ ਸੰਗਤਾਂ ਦੇ ਸੱਦਾ ਪੱਤਰ ਦੁਆਰਾ, ਖਾਲਸਾ ਦੀਵਾਨ ਸੁਸਾਇਟੀ ਦੇ ਸਹਿਯੋਗ ਦੁਆਰਾ ਵਿਨੀਪੈਗ ਉੱਥੇ ਕਥਾ ਕੀਤੀ 2 ਵੀਕ। ਹੁਣ ਇੱਥੇ ਤੁਹਾਡੇ ਕੋਲ ਦਾਸ ਪਹੁੰਚਿਆ ਹੈ। ਅਸੀਂ ਇੱਕ ਆਦਰਸ਼ ਲੈ ਕੇ ਚੱਲੇ ਹਾਂ, ਇੱਕ ਨਿਸ਼ਾਨਾ ਲੈ ਕੇ ਚੱਲੇ ਹਾਂ ਕਿ ਆਪੋ ਆਪਣਾ ਪਿੰਡ ਸੰਭਾਲੀਏ। ਉਹਦੇ ਬਾਰੇ ਮੈਂ ਬੇਨਤੀ ਫਿਰ ਕਰਾਂਗਾ, ਸਮਾਂ ਹੋ ਗਿਆ। ਮੈਂ ਉਚੇਚੇ ਤੌਰ ਤੇ ਆਪਣੇ ਛੋਟੇ ਵੀਰ ਸਰਦਾਰ ਪਾਲ ਸਿੰਘ ਜੀ ਗਰੇਵਾਲ, ਵੀਰ ਰਮਿੰਦਰ ਸਿੰਘ ਜੀ, ਵੀਰ ਤੇਜਿੰਦਰ ਸਿੰਘ ਜੀ, ਸਿੰਘ ਸਭਾ ਇੰਟਰਨੈਸ਼ਨਲ, ਇਹਨਾਂ ਦੇ ਸਹਿਯੋਗੀ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਸਤਿਕਾਰਯੋਗ, ਜਿਨ੍ਹਾਂ ਨੇ ਇਹ ਸਟੇਜ, ਇਹ ਸਮਾਂ ਸੰਗਤਾਂ ਦੇ ਰੂਬਰੂ ਹੋਣ ਲਈ ਬਖਸ਼ਿਸ਼ ਕੀਤਾ ਦਿੱਤਾ। ਆਪ ਸਾਰੀ ਸਾਧ ਸੰਗਤ ਦਾ ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਸ਼ਬਦ ਦੀ ਵਿਚਾਰ ਨੂੰ ਸਰਵਣ ਕੀਤਾ। ਸਤਿਕਾਰਯੋਗ ਰਾਗੀ ਸਾਹਿਬਾਨ ਜਿਹੜੇ ਕੀਰਤਨ ਕਰਕੇ ਗਏ ਨੇ, ਸਤਿਕਾਰਯੋਗ ਭਾਈ ਸਾਹਿਬਾਨ ਜੀ ਜਿਨ੍ਹਾਂ ਦੇ ਕੋਲ ਬੈਠ ਕੇ ਵਿਚਰਨ ਦਾ ਯਤਨ ਕੀਤਾ ਜਾਏਗਾ। ਤੁਹਾਡੇ ਸਹਿਯੋਗ ਸਦਕਾ ਕੇਵਲ ਤੇ ਕੇਵਲ ਸ਼ਬਦ ਦੀ ਵਿਚਾਰ ਜਿਹੜੀ ਆ ਉਹ ਸਾਂਝੀ ਕਰਨ ਦਾ ਯਤਨ ਕੀਤਾ ਜਾਏਗਾ ਕਿ ਗੁਰਬਾਣੀ ਵਿੱਚੋਂ ਸਾਨੂੰ ਕੀ ਉਪਦੇਸ਼ ਮਿਲਦਾ, ਅਸੀਂ ਕਿਹੜੇ-ਕਿਹੜੇ ਕਰਮਕਾਂਡ ਵਿੱਚ ਫਸੇ ਹੋਏ ਹਾਂ। ਇੱਥੇ ਮੈਂ ਬੇਨਤੀ ਜ਼ਰੂਰ ਕਰਾਂਗਾ, ਗੁਰਬਾਣੀ ਦੇ ਅਰਥਾਂ ਤੇ ਕੋਈ ਨਿਰਣਾ ਨਹੀਂ, ਨਾ ਇਹ ਅੰਤਮ ਨੇ। ਜਿੰਨੀ ਕੁ ਤੁਹਾਡੇ ਵਰਗੇ ਵਿਦਵਾਨਾਂ ਕੋਲੇ ਬੈਠ ਕੇ ਸੂਝ ਆਈ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਗੁਰਬਾਣੀ ਅਥਾਹ ਸਮੁੰਦਰ ਹੈ। ਇਸ ਵਾਸਤੇ ਤੁਸੀਂ ਆਪ ਗੁਰਬਾਣੀ ਪੜ੍ਹਨ ਦਾ ਯਤਨ ਕਰੋ। ਆਪ ਗੁਰਬਾਣੀ ਆਪਾਂ ਪੜ੍ਹੀਏ, ਆਪ ਗੁਰਬਾਣੀ ਨੂੰ ਆਪਾਂ ਵਿਚਾਰੀਏ। ਸਿਧਾਂਤਕ ਢੰਗ ਦੇ ਨਾਲ ਇਤਿਹਾਸ ਸੁਣਾਉਣ ਦਾ ਯਤਨ ਕੀਤਾ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਲਿਖਾਰੀਆਂ ਮੁਤਾਬਕ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀਵਨ ਉਹਨਾਂ ਦੀ ਆਪਣੀ ਲਿਖਤ ਮੁਤਾਬਕ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਘਟਾਉਣ ਵਾਸਤੇ ਵੱਖ-ਵੱਖ ਗ੍ਰੰਥ ਵੱਖ-ਵੱਖ ਸਮੇਂ ਤਿਆਰ ਕੀਤੇ ਗਏ, ਜਿਨ੍ਹਾਂ ਦੀ ਕਥਾ ਹੁੰਦੀ ਰਹੀ ਹੈ। ਸਾਨੂੰ ਅਸਲੀਅਤ ਉਹ ਲੱਗਦੀ ਹੈ, ਗੁਰਬਾਣੀ ਦੀ ਆਪਾਂ ਸ਼ਬਦ ਦੀ ਵਿਚਾਰ ਨਹੀਂ ਕੀਤੀ। ਕੋਸ਼ਿਸ਼ ਹੋਏਗੀ ਕਿ ਸ਼ਬਦ ਦੀ ਵਿਚਾਰ ਦੁਆਰਾ ਸਿਧਾਂਤਕ ਢੰਗ ਨਾਲ ਜੋ ਕੁਦਰਤੀ ਤੌਰ ਤੇ ਇਤਿਹਾਸ ਹੈ ਉਹਨੂੰ ਸਮਝਣ ਦਾ ਯਤਨ ਕਰੀਏ, ਕਿਉਂਕਿ ਇਤਿਹਾਸ ਸਾਡਾ ਬਗਾਨੇ ਲਿਖਿਆ, ਬਾਣੀ ਗੁਰੂ ਸਾਹਿਬ ਨੇ ਆਪ ਉਚਾਰਨ ਕੀਤੀ ਹੈ ਤੇ ਜਾਂ ਸੰਪਾਦ ਕੀਤੀ ਹੈ। ਇਤਿਹਾਸ ਬਗਾਨਿਆਂ ਲਿਖਿਆ ਹੈ, ਬਗਾਨਿਆਂ ਨੂੰ ਸੁਣਾ ਰਹੇ ਹਾਂ। ਇਸ ਲਈ ਸਾਡੀ ਕੌਮ ਦੇ ਅੰਦਰ ਵੱਖ-ਵੱਖ ਪ੍ਰਕਾਰ ਦਾ, ਹਰ ਘਰ ਵਿੱਚ ਹਰ ਜੀਅ ਦਾ ਆਪੋ ਆਪਣਾ ਧਰਮ ਤੇ ਆਪੋ ਆਪਣਾ ਕਰਮਕਾਂਡ ਹੈ। ਅਸੀਂ ਇੱਕ ਆਦਰਸ਼ ਲੈ ਕੇ, ਨਿਸ਼ਾਨਾ ਲੈ ਕੇ ਚੱਲੇ ਹਾਂ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਨਿਆਰੇ ਖਾਲਸੇ ਦੀ ਜਿਹੜੀ ਹੋਂਦ ਆ ਉਹਨੂੰ ਕਾਇਮ ਰੱਖੀਏ। ਅੱਜ ਪੰਜਾਬ ਦੀ ਧਰਤੀ ਤੇ 80% ਸਾਡੇ ਬੱਚੇ ਨਸ਼ਈ ਹੋ ਗਏ ਨੇ। 77% ਸਾਡੇ ਬੱਚੇ ਦਸਤਾਰਾਂ ਛੱਡ ਚੁੱਕੇ ਨੇ। 1000 ਬੱਚਿਆਂ ਪਿੱਛੇ 774 ਬੱਚੀਆਂ ਰਹਿ ਗਈਆਂ। ਭਰੂਣ ਹੱਤਿਆ ਹੋ ਰਹੀ ਹੈ ਬਹੁਤ ਜ਼ਿਆਦਾ। ਸਵੇਰੇ ਕੀਰਤਨ, ਸਵੇਰੇ ਪਾਠ, ਸਵੇਰੇ ਕਥਾ ਹੋ ਰਹੀ ਆ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਹਕੀਕਤ ਕੁਝ ਹੋਰ ਹੈ। ਅਖਬਾਰਾਂ 'ਚ ਆ ਰਿਹਾ ਕਿ 100 ਕਾਰਡ ਕਿਸੇ ਬਾਬਾ ਜੀ ਨੇ 50,000 ਨੂੰ ਅੰਮ੍ਰਿਤ ਛਕਾਇਆ, ਕਿਸੇ 3 ਲੱਖ ਨੂੰ। ਉਹ ਪੰਜਾਬ ਵਿੱਚ ਤਾਂ ਹੈ ਨਹੀਂ, ਗਏ ਕਿੱਥੇ ਨੇ ਉਹ, ਤੇ ਛਕਾਇਆ ਕਿੱਥੇ ਹੈ? ਇਸ ਵਾਸਤੇ ਕਰਮਕਾਂਡ ਪਖੰਡ ਸਾਡੀ ਕੌਮ 'ਚ ਬਹੁਤ ਜ਼ਿਆਦਾ ਆ ਗਿਆ। ਆਓ 300 ਸਾਲਾ ਸ਼ਤਾਬਦੀ ਮਨਾਉਂਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨਾਲ, ਗਿਆਨ ਨਾਲ ਜੁੜਨ ਦਾ ਯਤਨ ਕਰੀਏ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਲੋਕਾਂ ਤੱਕ ਪਹੁੰਚਾ ਸਕੀਏ ਤੇ ਸੰਸਾਰ ਵਿੱਚ ਜਿਹੜੀ ਸ਼ਾਂਤੀ ਹੈ, ਆਨੰਦ ਖੇੜਾ ਹੈ, ਉਹ ਆ ਸਕਦਾ ਹੈ। ਸਮੁੱਚੇ ਤੌਰ ਤੇ ਤੁਹਾਡੀ ਇਕਾਗਰਤਾ ਦਾ ਫਿਰ ਹਾਰਦਿਕ ਧੰਨਵਾਦ। ਭੁੱਲ ਚੁੱਕ ਦੀ ਖਿਮਾ ਪਿਆਰਿਓ। ਪਿਆਰ 'ਚ ਭਿੱਜ ਕੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, 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 ਵਾਹਿਗੁਰੂ